ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਪਰ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਬਿਧ ਬਸ ਕਰ ਲਵਪੁਰੀ, ਕੇਤਕ ਮਾਸ ਬਿਤਾਏ। ਸੰਗਤ ਆਵਹਿ ਦਰਸ ਕੋ, ਪ੍ਰਥਮ ਸੁਧਾ ਸਰਨਾਏ। ਇਸ ਬਿਧ ਬਸ ਕਰ ਲਵਪੁਰੀ, ਕੇਤਿਕ ਮਾਸ ਬਿਤਾਏ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਸਦਾ ਹੀ ਦਇਆ ਕਰਨ ਵਾਲੇ, ਮਿਹਰਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਅੰਤਰਜਾਮੀ ਸੁਖ ਨਿਦਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਰੀਆਂ ਸੰਗਤਾਂ ਜਿਤਨੀਆਂ ਵੀ ਆਪ ਜੀ ਇਸ ਸਥਾਨ ਤੇ ਬੈਠੇ ਹੋ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਗੁਰੂ ਜੀ ਦੀਆਂ ਸੰਗਤਾਂ ਮਹਾਰਾਜ ਜੀ ਦੀ ਪਵਿੱਤਰ ਕਥਾ ਸੁਣਨ ਵਾਸਤੇ ਬੈਠੀਆਂ ਹਨ। ਪਿਆਰ ਦੇ ਨਾਲ ਸਾਰੀ ਸੰਗਤ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਕਥਾ ਆਪ ਦੀ ਸਿੱਖ ਸੰਗਤ ਬੜੇ ਹੀ ਪਿਆਰ ਨਾਲ ਹਰ ਨੇਚਾ ਪ੍ਰਤੀ ਹਰ ਰੋਜ਼ ਹੀ ਸਰਵਣ ਕਰਦੇ ਹੋ। ਬੜੇ ਵੱਡੇ ਭਾਗਾਂ ਵਾਲੇ ਹੋ ਸੰਗਤ ਜੀ। ਆਪ ਜੀ ਨੇ ਸਰਵਣ ਕੀਤਾ, ਸਤਿਗੁਰੂ ਜੀ ਲਾਹੌਰ ਦੀ ਧਰਤੀ ਤੇ ਗੁਰਸਿੱਖਾਂ ਨੂੰ ਤਾਰ ਰਹੇ ਹਨ। ਬਹੁਤ ਸੰਗਤਾਂ ਲਾਹੌਰ ਪਹੁੰਚ ਕੇ ਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਹਨ। ਲਾਹੌਰ ਵਿੱਚ ਹੀ ਬਾਦਸ਼ਾਹ ਦਾ ਫਰਿਆਦੀ ਹੋ ਕੇ ਬਾਬਾ ਮਿਹਰਬਾਨ ਜੀ ਆਏ ਹਨ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਮਿਹਰਬਾਨ ਜੀ ਕੋਲੋਂ ਸਿੱਖ ਭੇਜੇ ਆ ਕਿ ਬਾਬਾ ਜੀ ਤੁਸੀਂ ਸਾਡੇ ਨਾਲ ਈਰਖਾ ਵੈਰ ਵਿਰੋਧ ਨਾ ਕਰੋ। ਸਾਧ ਸੰਗਤ ਜੀ, ਬਾਬਾ ਮਿਹਰਬਾਨ ਜੀ ਨਹੀਂ ਮੰਨੇ, ਨਿਮਰਤਾ ਦੀ ਹੱਦ ਕਰ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਗੁਰੂ ਹੁੰਦਿਆਂ, ਮਾਲਕ ਹੁੰਦਿਆਂ, ਖੁਦ ਰੱਬ ਦਾ ਰੂਪ ਹੁੰਦਿਆਂ ਸੱਚੇ ਪਾਤਸ਼ਾਹ ਆਪ ਬਾਬੇ ਮਿਹਰਬਾਨ ਦੇ ਕੋਲ ਗਏ ਜੀ। ਔਰ ਇਹਦੇ ਤੋਂ ਵੀ ਵੱਧ ਜਦੋਂ ਮਹਾਰਾਜ ਉੱਥੇ ਪਹੁੰਚੇ ਆ ਤੇ ਮਿਹਰਬਾਨ ਜੀ ਆਪਣੀ ਜਿਹੜੀ ਉਹਨਾਂ ਗੱਦੀ ਬਣਾਈ ਸੀ ਉੱਥੇ ਹੀ ਬੈਠੇ ਰਹੇ ਆ। ਗੁਰੂ ਜੀ ਸੰਗਤ ਵਿੱਚ ਭੁੰਜੇ ਬੈਠ ਗਏ ਜੀ। ਸੱਚੇ ਪਾਤਸ਼ਾਹ ਜੀ ਨੇ ਬਹੁਤ ਨਿਮਰਤਾ ਵਾਲੇ ਸ਼ਬਦ ਬਾਬਾ ਮਿਹਰਬਾਨ ਜੀ ਨਾਲ ਬੋਲੇ, ਬਹੁਤ ਹੀ ਨਿਮਰਤਾ ਵਾਲੇ, ਪਰ ਬਾਬਾ ਮਿਹਰਬਾਨ ਜੀ ਨੇ ਨਹੀਂ ਮੰਨੇ। ਸਾਧ ਸੰਗਤ ਜੀ, ਉਲਟਾ ਤਰਕਾਂ ਹੀ ਕਰਦੇ ਰਹੇ ਆ। ਜਿਹੜੇ ਸ਼ਰਧਾ ਭਾਵਨਾ ਵਾਲੇ ਹੁੰਦੇ ਉਹ ਗੱਲ ਮੰਨ ਲੈਂਦੇ ਆ, ਤੇ ਸੰਗਤ ਜੀ ਜਿਨ੍ਹਾਂ ਦੇ ਅੰਦਰ ਸ਼ਰਧਾ ਭਾਵਨਾ ਨਹੀਂ ਹੁੰਦੀ ਉਹ ਫਿਰ ਤਰਕਾਂ ਹੀ ਕਰਦੇ ਰਹਿੰਦੇ ਤੇ ਸਮਾਂ ਆਪਣਾ ਬਰਬਾਦ ਕਰ ਲੈਂਦੇ ਆ। ਗੱਜ ਕੇ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਮਿਹਰਬਾਨ ਜੀ ਤਰਕਾਂ ਹੀ ਕਰਦੇ ਰਹੇ। ਇੱਥੋਂ ਤੱਕ ਜਦੋਂ ਨਹੀਂ ਮੰਨੇ, ਗੁਰੂ ਜੀ ਨੇ ਆਪ ਉੱਠ ਕੇ ਉਹਨਾਂ ਦੇ ਚਰਨੀ ਹੱਥ ਲਾਇਆ ਵੀ ਬਾਬਾ ਜੀ ਮੰਨ ਜਾਓ, ਪਰ ਬਾਬਾ ਮਿਹਰਬਾਨ ਜੀ ਮੰਨੇ ਹੀ ਨਹੀਂ ਜੀ। ਫਿਰ ਮਹਾਰਾਜ ਉੱਠ ਕੇ ਆ ਗਏ ਸੱਚੇ ਪਾਤਸ਼ਾਹ, ਤੇ ਮਹਾਰਾਜ ਨੇ ਕਿਹਾ ਵੀ ਸਾਡੇ ਦਾਦਾ ਜੀ ਨੇ ਕਿਹਾ ਸੀ ਵੀ ਬਾਬਾ ਪ੍ਰਿਥੀਆ ਤੇ ਉਹਦਾ ਖਾਨਦਾਨ ਜਿਹੜਾ ਹੈ ਉਹ ਫਿਰ ਦੁਖੀ ਰਹਿਣਗੇ। ਮਹਾਰਾਜ ਕਹਿੰਦੇ ਅਸੀਂ ਤੇ ਸੁਖੀ ਕਰਨਾ ਚਾਹੁੰਦੇ ਸੀ, ਪਰ ਇਹ ਆਪ ਹੀ ਨਹੀਂ ਹੋਏ ਕਹਿਣ ਲੱਗੇ, ਇਹ ਹੁਣ ਦੁੱਖ ਹੀ ਭੋਗਣਗੇ। ਇਹ ਕਥਾ ਕੱਲ ਆਪ ਜੀ ਨੇ ਸਰਵਣ ਕੀਤੀ। ਭਾਈ ਸੰਤੋਖ ਸਿੰਘ ਜੀ ਇੱਕ ਗੱਲ ਲਿਖਦੇ ਆ, ਉਹ ਕਹਿੰਦੇ ਆ ਗੁਰੂ ਸਾਹਿਬ ਬਾਬਾ ਮਿਹਰਬਾਨ ਜੀ ਅੱਗੇ ਝੁਕੇ ਆ। ਗੁਰੂ ਜੀ ਦੀ ਮਹਿਮਾ ਘਟੀ ਨਹੀਂ ਹੈ, ਗੁਰੂ ਜੀ ਦੀ ਮਹਿਮਾ ਵੱਧ ਗਈ ਹੈ ਕਹਿਣ ਲੱਗੇ। ਕਿਉਂ? ਉਹ ਬੰਦੇ ਝੁਕਦੇ ਆ ਜਿਹੜੇ ਨੀਵੇਂ ਹੁੰਦੇ ਆ ਨਾ, ਉਹ ਭਾਰੇ ਹੁੰਦੇ ਆ ਕਹਿੰਦੇ। ਜਿਹੜੇ ਨਿਮਰਤਾ 'ਚ ਰਹਿੰਦੇ ਆ ਨਾ ਉਹਨਾਂ ਦੇ ਪੱਲੇ ਕੁਝ ਹੁੰਦਾ ਹੈ, ਤੇ ਜਿਹੜੇ ਹੰਕਾਰ ਵਿੱਚ ਰਹਿੰਦੇ ਆ ਉਹ ਖੋਖਲੇ ਹੁੰਦੇ ਆ। ਤੇ ਥੋੜ੍ਹੀ ਜਿਹੀ ਵੀ ਹਨੇਰੀ ਆਉਂਦੀ ਹੈ ਤੇ ਖੋਖਲੇ ਫਿਰ ਉੱਡ ਜਾਂਦੇ ਆ। ਸਾਧ ਸੰਗਤ ਜੀ, ਇਸ ਕਰਕੇ ਗੁਰੂ ਸਾਹਿਬ ਜੀ ਦੀ ਮਹਿਮਾ ਵਡਿਆਈ ਜਿਹੜੀ ਆ ਉਹ ਵਧੀ ਹੈ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਆਖੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ 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 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਬਿਧ ਬਸ ਕਰ ਲਵਪੁਰੀ ਕੇਤਿਕ ਮਾਸ ਬਿਤਾਏ। ਇਸ ਤਰੀਕੇ ਨਾਲ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਦੀ ਧਰਤੀ ਉੱਤੇ ਸੱਜ ਕਰਕੇ ਗੁਰੂ ਜੀ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਤੇ ਕਈ ਮਹੀਨੇ ਜਿਹੜੇ ਆ ਉਹ ਸੰਗਤ ਜੀ ਮਹਾਰਾਜ ਜੀ ਨੇ ਉੱਥੇ ਹੀ ਸਫਲੇ ਕੀਤੇ ਜੀ। ਹਾਂਜੀ, ਸੰਗਤ ਆਵਹਿ ਦਰਸ ਕੋ ਪ੍ਰਥਮ ਸੁਧਾਸਰ ਨਾਏ। ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਜੀ ਦੀਆਂ ਸੰਗਤਾਂ ਆਉਂਦੀਆਂ ਨੇ, ਤੇ ਜਦੋਂ ਸੰਗਤਾਂ ਆਉਂਦੀਆਂ ਨੇ ਤੇ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ। ਸੰਗਤਾਂ ਪਹਿਲਾਂ ਹਰਿਮੰਦਰ ਸਾਹਿਬ ਜਾਂਦੀਆਂ ਨੇ ਜੀ। ਹਰਿਮੰਦਰ ਸਾਹਿਬ ਇਸ਼ਨਾਨ ਕਰਦੀਆਂ ਹਨ। ਚੌਪਈ ਸ਼੍ਰੀ ਹਰਿਮੰਦਰ ਕਰ ਕਰ ਦਰਸ਼ਨ। ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਸੁਨ ਪੁਨ ਆਏ ਗੁਰੂ ਪਗ ਪਰਸਨ। ਤੇ ਫਿਰ ਸੰਗਤਾਂ ਲਾਹੌਰ ਜਾਂਦੀਆਂ ਨੇ ਜੀ। ਹੁਣ ਤੁਸੀਂ ਅੰਦਾਜ਼ਾ ਲਾਓ, ਬੜੇ ਧਿਆਨ ਨਾਲ ਇਹ ਗੱਲ ਸੁਣਨੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਸਰੀਰ ਕਰਕੇ ਇਸ ਧਰਤੀ ਤੇ ਮੌਜੂਦ ਨੇ ਜੀ।
ਸਰੀਰ ਕਰਕੇ ਇਸ ਧਰਤੀ ਤੇ ਮੌਜੂਦ ਨੇ, ਰਹਿਮਤਾਂ ਬਖਸ਼ਿਸ਼ਾਂ ਕਰ ਰਹੇ ਨੇ, ਪਰ ਉਦੋਂ ਵੀ ਹਰਿਮੰਦਰ ਸਾਹਿਬ ਦਾ ਖਾਸ ਸਤਿਕਾਰ ਹੈਗਾ ਹੈ ਜੀ। ਸਤਿਗੁਰੂ ਗਰੀਬ ਨਵਾਜ ਲਾਹੌਰ ਨੇ ਤੇ ਸੰਗਤਾਂ ਪਹਿਲਾਂ ਜਿਹੜੀਆਂ ਦੂਰੋਂ ਆਉਂਦੀਆਂ ਨੇ ਨਾ, ਪਹਿਲਾਂ ਹਰਿਮੰਦਰ ਸਾਹਿਬ ਜਾਂਦੀਆਂ, ਇਸ਼ਨਾਨ ਕਰਕੇ ਦਰਸ਼ਨ ਕਰਕੇ ਫਿਰ ਲਾਹੌਰ ਜਾਂਦੀਆਂ ਸੰਗਤਾਂ। ਹਾਂਜੀ, ਬਲੀ ਤੁਰੰਗ ਸ਼ਸਤਰ ਬਹੁ ਆਨੈ। ਤੇ ਗੁਰੂ ਜੀ ਦੀਆਂ ਸੰਗਤਾਂ ਫਿਰ ਕੋਈ ਘੋੜਾ ਲੈ ਕੇ ਆਉਂਦਾ ਹੈ ਬੜਾ ਬਲਵਾਨ, ਕੋਈ ਸ਼ਸਤਰ ਸਤਿਗੁਰੂ ਜੀ ਵਾਸਤੇ ਲੈ ਕੇ ਆਉਂਦਾ ਹੈ। ਸਤਿਗੁਰ ਹੇਰ ਖੁਸ਼ੀ ਤਿਨ ਠਾਨੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨਾ ਫਿਰ ਉਹਨਾਂ ਪਿਆਰਿਆਂ ਉੱਤੇ ਖੁਸ਼ੀਆਂ ਵੀ ਕਰਦੇ ਨੇ ਜੀ, ਉਹਨਾਂ ਉੱਤੇ ਬਖਸ਼ਿਸ਼ਾਂ ਵੀ ਕਰਦੇ ਆ। ਹਾਂਜੀ, ਚਾਰੋਂ ਚੱਕਨ ਕੇਰ ਮਸੰਦ। ਚਾਰੇ ਚੱਕਾਂ ਤੋਂ ਭਾਵ ਹਰ ਪਾਸਿਓਂ ਜਿਹੜੇ ਮਸੰਦ ਸਿੱਖ ਨੇ, ਮੁਖੀ ਸਿੱਖ ਨੇ, ਅੰਨ ਹੈ ਗੁਰ ਕੋ ਦਰਬ ਬਿਲੰਦ। ਉਹ ਵੀ ਸੰਗਤਾਂ ਦੀ ਜਿਹੜੀ ਮਾਇਆ ਹੈ ਉਹ ਸਤਿਗੁਰੂ ਗਰੀਬ ਨਵਾਜ ਜੀ ਨੂੰ ਆ ਕੇ ਭੇਟਾ ਕਰਦੇ ਹਨ ਜੀ। ਅਨ ਗਨ ਭੀਰ ਨਈ ਨਿਤ ਆਵੈ। ਹਰ ਰੋਜ਼ ਨਵੀਂ ਸੰਗਤ ਮਹਾਰਾਜ ਦੀ ਹਜ਼ੂਰੀ ਚ ਆਉਂਦੀ ਤੇ ਅਣਗਿਣਤ ਆਉਂਦੀ ਜੀ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਿਉਂ ਸੰਗਤ ਜੀ, ਸਤਿਗੁਰੂ ਜੀ ਦਾ ਪ੍ਰਤਾਪ ਬਹੁਤ ਵੱਡਾ ਹੈ ਜੀ। ਹਰ ਰੋਜ਼ ਨਵੀਂ ਸੰਗਤ ਆਉਂਦੀ ਹੈ ਔਰ ਅਣਗਿਣਤ ਸੰਗਤ ਗੁਰੂ ਜੀ ਦੀ ਹਾਜ਼ਰੀ 'ਚ ਪਹੁੰਚਦੀ ਹੈ। ਹਾਂਜੀ, ਵਸਤ ਅਮੋਲ ਅਕੋਰ ਚੜਾਵੇ। ਬੜੀਆਂ ਅਮੋਲਕ ਵਸਤੂਆਂ ਜਿਨ੍ਹਾਂ ਦੇ ਮੁੱਲ ਹੀ ਕੋਈ ਨਹੀਂ, ਐਸੀਆਂ ਅਮੋਲਕ ਵਸਤੂਆਂ, ਜਾਂ ਇਉਂ ਵੀ ਕਹੀਏ ਵੀ ਬਹੁਤ ਬਹੁਤ ਮਹਿੰਗੀਆਂ ਵਸਤੂਆਂ ਗੁਰੂ ਜੀ ਦੀਆਂ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ 'ਚ ਰੱਖ ਕੇ ਨਮਸਕਾਰ ਕਰਦੀਆਂ ਹਨ। ਹਾਂਜੀ, ਜਹ ਕਹਤੇ ਹਾਏ ਆਛੋ ਟੋਰ। ਫਿਰ ਇੱਕ ਗੱਲ ਤੇ ਬੜੀ ਪ੍ਰਸਿੱਧ ਹੈ ਨਾ ਵੀ ਛੇਵੇਂ ਪਾਤਸ਼ਾਹ ਘੋੜੇ ਤੇ ਸ਼ਸਤਰ ਲੈਂਦੇ ਆ। ਇਸ ਕਰਕੇ ਜਿੱਥੋਂ ਕਿੱਥੋਂ ਨਹੀਂ ਬਹੁਤ ਵਧੀਆ ਘੋੜਾ ਲੱਭ ਕੇ, ਹਾਂਜੀ, ਦੇ ਦਰਬ ਲਿਆਏ ਗੁਰ ਔਰ। ਤੇ ਖੁੱਲੀ ਮਾਇਆ ਦੇ ਕੇ ਗੁਰੂ ਜੀ ਦੀਆਂ ਸੰਗਤਾਂ ਸਤਿਗੁਰੂ ਜੀ ਨੂੰ ਵਧੀਆ ਤੋਂ ਵਧੀਆ ਘੋੜੇ ਭੇਟ ਕਰਦੀਆਂ ਨੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਤੁਸੀਂ ਸੁਣਿਆ ਨਾ, ਜਦੋਂ 52 ਰਾਜੇ ਮਹਾਰਾਜ ਜੀ ਨੇ ਆਜ਼ਾਦ ਕਰਵਾਏ ਆ, ਉਹਨਾਂ ਰਾਜਿਆਂ ਨੂੰ ਉਹਨਾਂ ਦੀਆਂ ਰਿਆਸਤਾਂ ਵਿੱਚ ਭੇਜਿਆ ਤੇ 52 ਰਾਜਿਆਂ ਨੂੰ ਇੱਕ ਇੱਕ ਘੋੜਾ ਮਹਾਰਾਜ ਨੇ ਦਿੱਤਾ ਸੀਗਾ ਜੀ। ਜੇ ਸਤਿਗੁਰੂ ਜੀ ਦੇ ਕੋਲ ਵਸਤੂਆਂ ਆਉਂਦੀਆਂ ਨੇ ਤੇ ਮਹਾਰਾਜ ਨੂੰ ਵਸਤੂਆਂ ਨਾਲ ਮੋਹ ਨਹੀਂ ਹੈਗਾ, ਮਹਾਰਾਜ ਵੰਡ ਵੀ ਦਿੰਦੇ ਨੇ ਅੱਗੋਂ ਜੀ। ਹਾਂਜੀ, ਸ਼ਸਤਰ ਪੁਲਾਦੀ ਤੀਸ਼ਨ ਮਹਾ। ਬੜੇ ਬੜੇ ਫੌਲਾਦ ਦੇ ਬਣੇ ਹੋਏ ਤਿੱਖੇ ਸ਼ਸਤਰ ਜਿਹੜੇ ਆ ਉਹ ਵੀ ਸੰਗਤਾਂ ਮਹਾਰਾਜ ਜੀ ਨੂੰ ਭੇਟਾ ਕਰਦੀਆਂ ਹਨ। ਬਰਸ਼ੇ ਬਾਨ ਆਨ ਜਹ ਕਹਾਂ। ਬਰਸ਼ੇ ਤੀਰ ਹੋਰ ਬੜੇ ਬੜੇ ਸ਼ਸਤਰ ਜਿਹੜੇ ਆ ਗੁਰੂ ਜੀ ਦੀਆਂ ਸੰਗਤਾਂ ਮਹਾਰਾਜ ਜੀ ਨੂੰ ਭੇਟ ਕਰਦੀਆਂ ਹਨ। ਧਨੁਖ ਤੁਫੰਗ ਮੋਲ ਵੱਡ ਦੇਤ। ਧਨੁਸ਼ ਫਿਰ ਬੜੀ ਬੜੀ ਮਹਿੰਗੀ ਬੰਦੂਕ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਸੰਗਤਾਂ ਭੇਟਾ ਕਰਦੀਆਂ ਜੀ। ਅਰਪ ਗੁਰੂ ਢਿਗ ਖੁਸ਼ੀ ਸੋ ਲੇਤ। ਤੇ ਸਤਿਗੁਰੂ ਜੀ ਵੀ ਫਿਰ ਉਹਨਾਂ ਤੇ ਖੁਸ਼ੀਆਂ ਕਰਦੇ ਆ ਜੀ। ਮਹਾਰਾਜ ਜੀ ਦੀ ਖੁਸ਼ੀ ਲੈਂਦੀਆਂ ਗੁਰੂ ਜੀ ਦੀਆਂ ਸੰਗਤਾਂ। ਦੇਸ਼ ਵਿਦੇਸ਼ਨ ਚਾਰੋਂ ਦਿਸ਼ ਮੈਂ। ਦੇਸ਼ਾਂ ਵਿਦੇਸ਼ਾਂ ਵਿੱਚ ਹਰ ਪਾਸੇ ਛੋਟੇ ਵੱਡੇ ਨਗਰ ਜਿਸ ਕਿਸਮੈ। ਭਾਵੇਂ ਕੋਈ ਨਗਰ ਛੋਟਾ ਸੀ ਤੇ ਭਾਵੇਂ ਕੋਈ ਨਗਰ ਵੱਡਾ ਸੀਗਾ। ਹਾਂਜੀ, ਸਤਿਗੁਰ ਕੀ ਸਿੱਖੀ ਜਗ ਮਾਹੀ। ਗੁਰੂ ਜੀ ਦੀ ਸਿੱਖੀ ਦਿਨੋਂ ਦਿਨ ਵੱਧਦੀ ਗਈ ਜੀ। ਆਖੋ ਧੰਨ ਗੁਰੂ ਨਾਨਕ ਸਾਹਿਬ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ। ਕਿਉਂ ਸਿੱਖੀ ਗੁਰੂ ਨਾਨਕ ਸਾਹਿਬ ਜੀ ਦੀ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਹੋਰ ਸਿੱਖੀ ਵੱਧ ਗਈ, ਅੱਜ ਵੀ ਬੜੀ ਸਿੱਖੀ ਹੈ। ਐਵੇਂ ਹੀ ਸਾਡੇ ਬੰਦੇ ਢਿੱਲੀਆਂ ਗੱਲਾਂ ਕਰਦੇ ਰਹਿੰਦੇ ਆ, ਹਾਏ ਜੀ ਅਸੀਂ 2 ਕਰੋੜ ਰਹਿ ਗਏ ਜੀ, 3 ਕਰੋੜ ਰਹਿ ਗਏ ਜੀ। ਨਹੀਂ ਖਾਲਸਾ ਜੀ, ਪਤਾ ਨਹੀਂ ਕਿੰਨੇ ਕੁ ਦੇਸ਼ਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਰਹਿ ਰਹੇ ਨੇ ਜੀ। ਆ ਮੈਨੂੰ ਗੁਰਮੁਖ ਪਿਆਰੇ ਦੱਸ ਰਹੇ ਸੀ 167 ਦੇਸ਼ਾਂ ਵਿੱਚ ਤਾਂ ਕਥਾ ਹੀ ਜਾਂਦੀ ਹੈ ਜੀ। ਇਹ ਜੀ ਜਿਹੜੀ ਕਥਾ ਆਪ ਜੀ ਸੁਣ ਰਹੇ ਹੋ 167 ਦੇਸ਼ਾਂ ਵਿੱਚ, ਇਹਦਾ ਭਾਵ ਇੰਨੇ ਦੇਸ਼ਾਂ 'ਚ ਗੁਰੂ ਜੀ ਦੇ ਸਿੱਖ ਰਹਿੰਦੇ ਨੇ ਜੀ। ਹਾਂਜੀ, ਸੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਹੀ ਬਹੁਤ ਸੰਗਤਾਂ ਵੱਧ ਗਈਆਂ ਜੀ। ਹਾਂਜੀ, ਜਹ ਨਹਿ ਹੋਏ ਅਸ ਥਲ ਕੋ ਨਾਹੀ। ਕਹਿੰਦੇ ਇਹੋ ਜੀ ਕੋਈ ਥਾਂ ਹੀ ਸੰਸਾਰ 'ਚ ਨਹੀਂ ਰਹੀ ਜਿੱਥੇ ਸਤਿਗੁਰੂ ਜੀ ਦੇ ਸਿੱਖ ਨਹੀਂ ਸੀ ਹੈਗੇ। ਤੇ ਸਾਧ ਸੰਗਤ ਜੀ, ਅੱਜ ਇਹ ਬਚਨ ਸੱਚਾ ਹੈ।
ਸੰਸਾਰ 'ਚ ਲਗਭਗ ਇਹੋ ਜਿਹੀ ਕੋਈ ਥਾਂ ਨਹੀਂ ਹੋਏਗੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੇ ਬੂਟੇ ਨਹੀਂ ਲੱਗੇ ਹੋਏ ਜੀ। ਹਾਂਜੀ। ਜਹ ਕਹਿ ਸੁਜਸ ਚੰਦੋਆ ਤਨਿਓ, ਹਾਂਜੀ। ਨਹਿ ਕੋ ਅਸ ਜਿਨ ਸੁਨਿਓ ਨਾ ਭਨਿਓ। ਕਹਿੰਦੇ ਮਹਾਰਾਜ ਜੀ ਦੇ ਸੀਸ ਉੱਤੇ ਜਸ ਦਾ ਹੀ ਚੰਦੋਆ ਲੱਗ ਗਿਆ ਜੀ। ਹਰ ਕੋਈ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਹੀ ਕਰਦਾ। ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ, ਸੱਚੇ ਪਾਤਸ਼ਾਹ ਬੜੇ ਵੱਡੇ ਯੋਧੇ ਹਨ। ਦੋਹਰਾ ਸੱਤਾ ਅਰ ਬਲਵੰਡ ਜੁਗ ਹੁਤੇ ਰਬਾਬੀ ਪਾਸ। ਤੇ ਸਤਿਗੁਰੂ ਜੀ ਦੇ ਕੋਲ ਸੱਤਾ ਤੇ ਬਲਵੰਡ ਦੀ ਦੋ ਮਸੰਦ ਸਨ ਜੀ। ਰਬਾਬੀ ਸਿੱਖ ਸਨ ਜੀ। ਇਹਨਾਂ ਨੂੰ ਆਮ ਸਿੱਖ ਨਾ ਮੰਨਿਓ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਇਹਨਾਂ ਦੀ ਵੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਜਿੱਥੇ ਭਗਤਾਂ ਦੀ ਬਾਣੀ ਦਰਜ ਹੈ ਉੱਥੇ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਦੀ ਬਾਣੀ ਵੀ ਦਰਜ ਹੈਗੀ ਹੈ ਜੀ। ਹਾਂਜੀ। ਕਰਤ ਕੀਰਤਨ ਰਾਗ ਧੁਨ ਸਭ ਉਰਦੇਤ ਹੁਲਾਸ। ਸਤਿਗੁਰੂ ਜੀ ਨਾਲ ਹੀ ਰੱਖਦੇ ਜੀ ਇਹਨਾਂ ਨੂੰ। ਤੇ ਸੱਤਾ ਬਲਵੰਡ ਜੀ ਨੇ ਜਦੋਂ ਕਰਨਾ ਕੀਰਤਨ, ਤੇ ਉਸ ਕੀਰਤਨ ਵਿੱਚ ਬਖਸ਼ਿਸ਼ਾਂ ਤੇ ਰਹਿਮਤਾਂ, ਜਿਹੜਾ ਜਿਹੜਾ ਕੀਰਤਨ ਸੁਣਦਾ ਆਨੰਦ ਚ ਹੋ ਜਾਂਦਾ ਜੀ। ਹਾਂਜੀ। ਚੌਪਈ ਪਹੁੰਚਿਓ ਅੰਤ ਸਮਾਂ ਅਬ ਤਿਨ ਕੋ। ਸੱਤਾ ਤੇ ਬਲਵੰਡ ਜੀ ਦਾ ਅੰਤਮ ਸਮਾਂ ਆ ਗਿਆ ਜੀ। ਹਾਂਜੀ। ਲਵਪੁਰ ਤਿਆਗ ਦੀਨ ਨਿਜ ਤਨ ਕੋ। ਤੇ ਕੀਰਤਨ ਕਰ ਕਰਕੇ ਪਰਮੇਸ਼ਰ ਦੀ ਤੇ ਸਤਿਗੁਰੂ ਦੀ ਕੀਰਤੀ ਕਰ ਕਰਕੇ ਆਪਣਾ ਜਨਮ ਉਹਨਾਂ ਨੇ ਸਵਾਰ ਲਿਆ। ਤੇ ਸਾਧ ਸੰਗਤ ਜੀ, ਲਾਹੌਰ ਸ਼ਹਿਰ ਦੇ ਵਿੱਚ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਨੇ ਸਰੀਰ ਤਿਆਗ ਦਿੱਤਾ ਜੀ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਇਹਨਾਂ ਨੇ ਜੀਵਨ ਸਫਲ ਕੀਤਾ। ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਵੋ, ਛੋੜ ਮਾਇਆ ਕੇ ਧੰਦ ਪਸਾਓ। ਇਹਨਾਂ ਨੇ ਜੀਵਨ ਸਫਲ ਕੀਤਾ ਸਾਧ ਸੰਗਤ ਜੀ ਆਪਣਾ। ਹਾਂਜੀ। ਅਪਰ ਰਬਾਬੀ ਬਾਬਕ ਨਾਮ। ਹੋਰ ਰਬਾਬੀ ਸਿੱਖ ਜੀ, ਇੱਕ ਹੋਰ ਰਬਾਬੀ ਹੈ ਜਿਨ੍ਹਾਂ ਦਾ ਨਾਮ ਹੈ ਭਾਈ ਬਾਬਕ ਜੀ। ਕੀ ਨਾਮ ਹੈ? ਭਾਈ ਬਾਬਕ ਜੀ। ਹਾਂਜੀ। ਜੋ ਗਾਵਤ ਰਾਗਨ ਅਭਿਰਾਮ। ਤੇ ਭਾਈ ਬਾਬਕ ਜੀ ਵੀ ਫਿਰ ਬਹੁਤ ਸੋਹਣਾ ਕੀਰਤਨ ਕਰਦੇ ਸਨ ਜੀ। ਰਾਗਾਂ ਦੀ ਸੋਝੀ ਸੀਗੀ, ਬਾਣੀ ਦੀ ਸੋਝੀ ਸੀਗੀ ਜੀ। ਹਾਂਜੀ। ਰਾਖਿਓ ਤਬ ਹਜ਼ੂਰ ਨੇ ਪਾਸ। ਤੇ ਸੱਤਾ ਤੇ ਬਲਵੰਡ ਜੀ ਤੋਂ ਬਾਅਦ ਸਤਿਗੁਰੂ ਜੀ ਨੇ ਫਿਰ ਭਾਈ ਸਾਹਿਬ ਭਾਈ ਬਾਬਕ ਜੀ ਨੂੰ ਆਪਣੇ ਕੋਲ ਰੱਖ ਲਿਆ ਜੀ। ਸੰਗਤ ਜੀ ਚੇਤਾ ਰੱਖਿਓ, ਗੁਰੂ ਘਰ ਦੇ ਵਿੱਚ ਗੁਰੂ ਦੇ ਕੀਰਤਨੀਆਂ ਨੂੰ ਬੜੀ ਥਾਂ ਹੈਗੀ ਹੈ ਜੀ। ਜਿੱਥੇ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਜਾਂਦੇ ਆ, ਜਾਂ ਆਪ ਕੀਰਤਨ ਕਰਦੇ ਜਾਂ ਗੁਰੂ ਕੇ ਕੀਰਤਨੀਆਂ ਕੋਲੋਂ ਕੀਰਤਨ ਕਰਾਉਂਦੇ ਆ ਜੀ। ਹਾਂਜੀ। ਲੱਗ ਹੈ ਦੀਵਾਨ ਸੁਰਾਗ ਪ੍ਰਕਾਸ਼। ਸੋ ਸੰਗਤ ਦੀ ਦੀਵਾਨ ਲੱਗਦਾ, ਤੇ ਜਦੋਂ ਦੀਵਾਨ ਲੱਗਦਾ ਤੇ ਬਾਬਾ ਜੀ ਭਾਈ ਬਾਬਕ ਜੀ ਬਹੁਤ ਸੋਹਣੇ ਰਾਗ ਗਾਉਂਦੇ ਆ, ਬਾਣੀ ਗਾਉਂਦੇ ਆ। ਹਾਂਜੀ। ਸੁਨ ਪ੍ਰਸੰਨ ਹੋਏ ਦੇ ਬੜ ਮੌਜ। ਹਾਂਜੀ। ਹਰਖਤ ਦਰਬ ਸਰਬ ਦੇ ਫੌਜ। ਤੇ ਸੁਣ ਕੇ ਫਿਰ ਗੁਰੂ ਜੀ ਦੇ ਸਿੱਖ ਖੁਸ਼ ਹੋ ਕੇ ਮਾਇਆ ਵੀ ਦਿੰਦੇ ਆ ਜੀ। ਹਾਂਜੀ। ਕੇਤਿਕ ਮਾਸ ਬਿਤੇ ਸੁਧ ਆਈ। ਕੁਝ ਕੁ ਮਹੀਨੇ ਲੰਘ ਗਏ ਤੇ ਕਸ਼ਮੀਰ ਤੋਂ ਖਬਰ ਆਈ ਜੀ। ਹਾਂਜੀ। ਕੁਪਾ ਰਿੜਿਓ ਸਭਨ ਮੁਖ ਗਾਈ। ਕੀ ਕਹਿੰਦੇ ਆ? ਕੁੱਪਾ ਰੁੜ ਗਿਆ, ਕੁੱਪਾ ਰੁੜ ਗਿਆ। ਹਾਂਜੀ। ਜਹਾਂਗੀਰ ਪਰਲੋਕ ਸਿਧਾਰਾ। ਇਹਦਾ ਮਤਲਬ ਇਹ ਹੈ ਵੀ ਸੱਚੇ ਪਾਤਸ਼ਾਹ ਬਾਦਸ਼ਾਹ ਜਹਾਂਗੀਰ ਪਰਲੋਕ ਚਲੇ ਗਿਆ ਹੈ। ਜਹਾਂਗੀਰ ਨੇ ਸਰੀਰ ਤਿਆਗ ਦਿੱਤਾ ਹੈ, ਇਹ ਖਬਰ ਫੈਲ ਗਈ ਜੀ। ਹਾਂਜੀ। ਸ਼ਾਹਜਹਾਨ ਸਭ ਰਾਜ ਸੰਭਾਰਾ। ਤੇ ਸ਼ਾਹਜਹਾਨ ਨੇ ਰਾਜ ਭਾਗ ਸਾਂਭ ਲਿਆ। ਤੇ ਸਾਧ ਸੰਗਤ ਜੀ, ਸ਼ਾਹਜਹਾਨ ਤੇ ਅੱਗੇ ਹੀ ਗੁਰੂ ਘਰ ਦਾ ਦੁੱਖ ਹੀ ਹੈਗਾ ਹੈ ਜੀ। ਹਾਂਜੀ। ਸਭ ਦੇਸ਼ਨ ਪਰ ਹੁਕਮ ਚਲਾਇਓ। ਸਾਰੇ ਦੇਸ਼ਾਂ ਦੇ ਉੱਤੇ ਸ਼ਾਹਜਹਾਨ ਦਾ ਹੁਕਮ ਚੱਲਿਆ। ਅਸਲ ਵਿੱਚ ਕਸ਼ਮੀਰ ਜਾ ਕੇ ਜਹਾਂਗੀਰ ਬਿਮਾਰ ਹੋ ਗਿਆ ਸੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਬਿਮਾਰ ਹੋਇਆ ਤੇ ਉੱਥੋਂ ਦੇ ਵੈਦਾਂ ਹਕੀਮਾਂ ਨੇ ਕਿਹਾ ਵੀ ਲਾਹੌਰ ਸ਼ਾਹੀ ਹਕੀਮ ਹੈ ਤੇ ਬਾਦਸ਼ਾਹ ਤੁਸੀਂ ਉੱਧਰ ਚਲੇ ਜਾਓ। ਤੇ ਜਦੋਂ
ਜਹਾਂਗੀਰ ਲਾਹੌਰ ਆ ਰਿਹਾ ਸੀ ਤੇ ਰਸਤੇ ਵਿੱਚ ਹੀ ਇਹਦੀ ਮੌਤ ਹੋ ਗਈ ਜੀ। ਉਸ ਸਮੇਂ ਸ਼ਾਹਜਹਾਂ ਖੁਦ ਦੱਖਣ ਵਿੱਚ ਗਿਆ ਸੀਗਾ ਜੀ, ਇਹਦਾ ਹੀ ਪੁੱਤਰ। ਜਦੋਂ ਉਹਨੂੰ ਪਤਾ ਲੱਗਾ ਵੀ ਮੇਰੇ ਪਿਤਾ ਦੀ ਮੌਤ ਹੋ ਗਈ ਹੈ ਤੇ ਮੌਤ ਬਾਰੇ ਸੁਣ ਕੇ ਉਹ ਆਗਰੇ ਪਹੁੰਚਿਆ ਤੇ ਆਗਰੇ ਤਖਤ ਉੱਤੇ ਬੈਠ ਗਿਆ ਜੀ। ਤੇ ਜਹਾਂਗੀਰ ਦੀ ਲਾਸ਼ ਨੂੰ ਲਿਆ ਕੇ ਨਾ ਸ਼ਾਹਦਰੇ ਦਫਨਾਇਆ ਸੀ, ਸ਼ਾਹਦਰੇ ਜੀ। ਤੇ ਚਲੋ ਜਹਾਂਗੀਰ ਨੇ ਸਤਿਗੁਰੂ ਕੋਲੋਂ ਆਪਣੇ ਆਪ ਨੂੰ ਬਖਸ਼ਾ ਹੀ ਲਿਆ ਸੀਗਾ ਜੀ। ਹਾਂਜੀ। ਸਭ ਦੇਸ਼ਨ ਪਰ ਹੁਕਮ ਚਲਾਇਓ। ਸ਼ਾਹਜਹਾਂ ਨੇ ਸਾਰੇ ਦੇਸ਼ਾਂ ਤੇ ਇਲਾਕੇ ਵਿੱਚ ਹੁਕਮ ਕਰ ਦਿੱਤੇ ਜੀ। ਜਹ ਕਹੈ ਉਮਰਾਵਨ ਗਨ ਆਇਓ। ਸੋ ਅਮੀਰ ਵਜ਼ੀਰ ਤੇ ਛੋਟੇ ਮੋਟੇ ਰਾਜੇ ਸ਼ਾਹਜਹਾਂ ਨੂੰ ਸਲਾਮਾਂ ਕਰਨ ਲੱਗ ਪਏ ਜੀ। ਦੇਸ਼ਪਤੀ ਅਰ ਦੁਰਗਪਤੀ ਸਭ ਹਾਂਜੀ ਆਨ ਮਿਲੇ ਉਪਹਾਰਨ ਦੇ ਤਬ। ਦੇਸ਼ਾਂ ਦੇ ਰਾਜੇ ਤੇ ਕਿਲਿਆਂ ਦੇ ਮਾਲਕ ਉਹਨੂੰ ਭੇਟਾ ਦੇ ਕੇ ਤੇ ਨਵਾਂ ਬਾਦਸ਼ਾਹ ਸਵੀਕਾਰ ਕਰ ਰਹੇ ਨੇ ਜੀ। ਤੇ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਸੰਗਤ ਦੀ ਕਹਿ ਦਿੱਤਾ ਸੀ ਜਹਾਂਗੀਰ ਨੂੰ ਕਿ ਜਹਾਂਗੀਰ ਜਿਵੇਂ ਤੁਸੀਂ ਸਾਡੇ ਨਾਲ ਵਰਤੇ ਉਵੇਂ ਅਸੀਂ ਤੁਹਾਡੇ ਨਾਲ ਵਰਤੇ, ਜਿਵੇਂ ਤੁਹਾਡਾ ਪੁੱਤਰ ਵਰਤੇਗਾ ਉਵੇਂ ਪੁੱਤਰ ਨਾਲ ਵਰਤਾਂਗੇ, ਕਹਿਣ ਲੱਗੇ। ਹਾਂਜੀ। ਬ੍ਰਿੰਦ ਤੁਰੰਗ ਮਤੰਗ ਸੋ ਆਵੇ। ਹਾਂਜੀ। ਜਹ ਤੇ ਚਾਹੈ ਤਹ ਮੰਗਵਾਵੇ। ਸੋ ਸ਼ਾਹਜਹਾਂ ਨੂੰ ਵੀ ਹਾਥੀ ਘੋੜਿਆਂ ਦਾ ਬੜਾ ਸ਼ੌਂਕ ਸੀਗਾ ਜੀ। ਜਿੱਥੋਂ ਕਿੱਥੋਂ ਨਹੀਂ ਵਧੀਆ ਹਾਥੀ ਘੋੜੇ ਸ਼ਾਹਜਹਾਂ ਮੰਗਵਾਉਂਦਾ ਸੀਗਾ ਜੀ। ਹਾਂਜੀ। ਕੇਤਿਕ ਦਿਨ ਬੀਤੇ ਇਸ ਭਾਂਤ। ਹੁਣ ਕਈ ਦਿਨ ਬਤੀਤ ਹੋ ਗਏ ਜੀ। ਸ਼ਾਹਜਹਾਂ ਜਹ ਕਹਿ ਬਖਿਆਤ। ਤੇ ਸ਼ਾਹਜਹਾਂ ਮਸ਼ਹੂਰ ਹੋ ਗਿਆ। ਸਾਰੇ ਦੇਸ਼ ਵਿੱਚ ਸ਼ਾਹਜਹਾਂ ਦੇ ਨਾਂ ਦੇ ਡੰਕੇ ਵੱਜ ਗਏ ਵੀ ਸ਼ਾਹਜਹਾਂ ਨਵਾਂ ਬਾਦਸ਼ਾਹ ਹੈਗਾ ਜੀ। ਸੰਗਤ ਜੀ ਇਹ ਰਾਜ ਪਰਜਾ ਤੇ ਇਸ ਤਰ੍ਹਾਂ ਦੇ ਹੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਕਿੱਥੇ ਗਿਆ ਜਹਾਂਗੀਰ? ਇੰਨਾ ਹੁਕਮ ਚੱਲਦਾ ਸੀਗਾ। ਅੱਜ ਉਹ ਮਿੱਟੀ ਦੇ ਸਪੁਰਦ ਹੋ ਗਿਆ, ਮਿੱਟੀ ਹੋ ਗਿਆ ਜੀ। ਹਾਂਜੀ। ਤੇ ਉਹਦੀ ਥਾਂ ਤੇ ਉਹਦਾ ਪੁੱਤਰ ਬਹਿ ਗਿਆ ਤੇ ਰਹਿਣਾ ਇਹਨੇ ਵੀ ਨਹੀਂ ਹੈਗਾ ਜੀ। ਹਾਂਜੀ। ਸਗਰੋ ਬੰਦੋਬਸਤ ਕਰ ਦੀਨ ਹੋਏ ਅਲਪ ਵਿਸਾਲ ਅਧੀਨ। ਸ਼ਾਹਜਹਾਂ ਬੜਾ ਚੰਟ ਸੀਗਾ ਜੀ। ਪ੍ਰਬੰਧ ਕਰ ਲਏ ਜੀ ਇਹਨੇ ਸਾਰੇ, ਛੋਟੇ ਵੱਡੇ ਰਾਜੇ ਸ਼ਾਹਜਹਾਂ ਨੇ ਆਪਣੇ ਅਧੀਨ ਕਰ ਲਏ ਜੀ। ਤਿਮ ਹੀ ਗੁਰ ਕੀ ਸੰਗਤ ਆਵੇ। ਤੇ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀ ਦੀ ਸੰਗਤ ਜਿਹੜੀ ਆ ਉਹ ਵੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜੀ। ਸੰਗਤ ਸਤਿਗੁਰੂ ਜੀ ਦੇ ਕੋਲ ਆਉਂਦੀ ਹੈ ਜੀ। ਹਾਂਜੀ। ਸ਼ਸਤਰ ਤੁਰੰਗ ਦਰਬ ਅਰ ਪਾਵੇ। ਜਿਵੇਂ ਸ਼ਾਹਜਹਾਂ ਨੂੰ ਹਾਥੀ ਘੋੜਿਆਂ ਦਾ ਸ਼ੌਂਕ ਹੈ, ਗੁਰੂ ਹਰਗੋਬਿੰਦ ਸਾਹਿਬ ਵੀ ਘੋੜਿਆਂ ਦੇ ਸ਼ੌਕੀਨ ਹਨ। ਸਤਿਗੁਰੂ ਪਸੰਦ ਕਰਦੇ ਆ ਘੋੜਿਆਂ ਨੂੰ ਰੱਖਣਾ। ਤੇ ਗੁਰੂ ਦੀਆਂ ਸੰਗਤਾਂ ਵਧੀਆ ਤੋਂ ਵਧੀਆ ਘੋੜੇ ਜਿਹੜੇ ਆ ਉਹ ਸਤਿਗੁਰੂ ਜੀ ਨੂੰ ਭੇਟਾ ਕਰਦੀਆਂ ਜੀ। ਕਾਬਲ ਮੈਂ ਇੱਕ ਸਿੱਖ ਸੁਜਾਨਾ। ਹੁਣ ਧਿਆਨ ਨਾਲ ਸੁਣਿਓ, ਆਖੋ ਵਾਹਿਗੁਰੂ ਵਾਹਿਗੁਰੂ। ਕਾਬਲ ਦੇ ਵਿੱਚ ਇੱਕ ਸਿੱਖ ਰਹਿੰਦਾ ਹੈ ਜੀ। ਗੁਰੂ ਦਾ ਸਿੱਖ ਬਹੁਤ ਸਿਆਣਾ ਸਾਧ ਸੰਗਤ ਜੀ। ਹਾਂਜੀ। ਧਨ ਗਨ ਤੇ ਵਿਵਹਾਰ ਮਹਾਨਾ। ਮਾਇਆ ਵੀ ਉਹਦੇ ਕੋਲ ਸੀਗੀ ਜੀ ਚੰਗੀ। ਵਪਾਰ ਚੱਲਦਾ ਸੀ ਉਸ ਸਿੱਖ ਦਾ ਜੀ। ਵਪਾਰੀ ਸਿੱਖ ਹੈਗਾ ਜੀ। ਹਾਂਜੀ। ਗੁਰੂ ਦਸੌਂਦ ਨਿਕਾਰਤ ਰਹਿਓ। ਤੇ ਇੱਕ ਗੱਲ ਦਾ ਹੋਰ ਬੜਾ ਪੱਕਾ ਸੀ, ਉਹ ਸਤਿਗੁਰੂ ਜੀ ਦਾ ਦਸਵੰਧ ਜ਼ਰੂਰ ਦਿੰਦਾ ਸੀਗਾ ਜੀ। ਦਸਵੰਧ ਦਾ ਪੱਕਾ ਸੀਗਾ ਜੀ ਉਹ ਜੀ। ਕਾਰੋਬਾਰ ਬੜਾ ਵੱਡਾ ਸੀ ਉਹਦਾ। ਲਾਭ ਵਿਸਾਲ ਬਾਰ ਇੱਕ ਲਹਿਓ। ਤੇ ਫਿਰ ਇੱਕ ਵਾਰੀ ਉਹਨੂੰ ਵੱਡਾ ਹੀ ਲਾਭ ਹੋਇਆ ਜੀ ਸਾਧ ਸੰਗਤ ਜੀ। ਲਾਭ ਹੋ ਗਿਆ, ਖੁੱਲੀ ਮਾਇਆ ਆਈ ਜੀ ਉਹਦੇ ਕੋਲ। ਹਾਂਜੀ। ਗੁਰ ਕੋ ਦਰਬ ਭਇਓ ਸਮੁਦਾਏ। ਤਿੰਨ ਹਜ਼ੂਰ ਕੋ ਸੁਨਿਓ ਸੁਭਾਏ। ਤੇ ਉਹਨੇ ਗੁਰੂ ਸਾਹਿਬ ਦਾ ਸਾਰਾ ਦਸਵੰਧ ਇਕੱਠਾ ਕੀਤਾ ਸੀ। ਤੇ ਸਤਿਗੁਰੂ ਜੀ ਦੇ ਸੁਭਾਅ ਬਾਰੇ ਉਹਨੂੰ ਪਤਾ ਲੱਗਾ ਜੀ ਵੀ ਛੇਵੇਂ ਪਾਤਸ਼ਾਹ ਕਿਹੜੀ ਚੀਜ਼ ਲੈਣੀ ਪਸੰਦ ਕਰਦੇ। ਅਸੀਂ ਵੀ ਕਿਸੇ ਨੂੰ ਕੁਝ ਦੇਣਾ ਹੋਵੇ ਅਸੀਂ ਇਹੋ ਹੀ ਕਹਿੰਦੇ ਹਾਂ ਵੀ ਅਗਲੇ ਦੇ ਵਸਤੂ ਕੰਮ ਆਉਣੀ ਚਾਹੀਦੀ ਹੈ ਜੀ। ਇਹ ਨਾ ਹੋਏ ਸਾਡੀ ਮਾਇਆ ਵੀ ਲੱਗੇ ਤੇ ਪਈ ਰਵੇ ਜੀ। ਇਸ ਕਰਕੇ
ਉਹਨੇ ਸੋਚਿਆ ਵੀ ਮਹਾਰਾਜ ਨੂੰ ਉਹ ਵਸਤੂ ਦਈਏ ਜਿਹੜੀ ਸੱਚੇ ਪਾਤਸ਼ਾਹ ਪਸੰਦ ਕਰਦੇ ਹੋਣ ਜੀ। ਹਾਂਜੀ, ਚੰਚਲ ਬਲੀ ਤੁਰੰਗ ਬਿਲੋਕੈ। ਫਿਰ ਉਹਨੂੰ ਪਤਾ ਲੱਗਾ ਵੀ ਸਤਿਗੁਰਾਂ ਨੂੰ ਘੋੜਾ ਬੜਾ ਪਸੰਦ ਹੈ, ਘੋੜੇ ਪਸੰਦ ਨੇ, ਸ਼ਸਤਰ ਪਸੰਦ ਨੇ। ਉਹ ਫਿਰ ਵਧੀਆ ਤੋਂ ਵਧੀਆ ਘੋੜਾ ਲੱਭਣ ਲੱਗਾ ਜੀ। ਲੈ ਸਿੱਖ ਤੇ ਕਰ ਦੇਤ ਅਸ਼ੋਕੈ। ਸਤਿਗੁਰੂ ਜੀ ਗੁਰਸਿੱਖਾਂ ਕੋਲੋਂ ਘੋੜੇ ਲੈ ਕੇ ਉਹਨਾਂ ਨੂੰ ਖੁਸ਼ੀਆਂ ਦਿੰਦੇ ਨੇ, ਬਖਸ਼ਿਸ਼ਾਂ ਦਿੰਦੇ ਆ। ਇਹ ਉਹਨੇ ਸੁਣਿਆ ਜੀ। ਹਾਂਜੀ, ਅਧਿਕ ਸ਼ੌਂਕ ਹੋਵੇ ਅਸਵਾਰ। ਤੇ ਗੁਰੂ ਸਾਹਿਬ ਛੇਵੇਂ ਪਾਤਸ਼ਾਹ, ਆਖੋ ਵਾਹਿਗੁਰੂ ਵਾਹਿਗੁਰੂ, ਬੜੇ ਸ਼ੌਂਕ ਨਾਲ, ਬੜੇ ਚਾਅ ਦੇ ਨਾਲ ਘੋੜੇ ਦੀ ਸਵਾਰੀ ਕਰਦੇ ਆ। ਹਾਂਜੀ, ਕਰਹਿ ਅਖੇਰ ਕੇਰ ਵਿਵਹਾਰ। ਤੇ ਸੱਚੇ ਪਾਤਸ਼ਾਹ ਮਹਾਰਾਜ ਫਿਰ ਸ਼ਿਕਾਰ ਖੇਡਣ ਜਾਂਦੇ ਘੋੜਿਆਂ ਤੇ ਚੜ ਕੇ। ਗੁਰ ਕੋ ਦਰਬ ਬਿਰੰਦ ਮੈਂ ਜੋਰਾ। ਤੇ ਮੈਂ ਗੁਰੂ ਸਾਹਿਬ ਜੀ ਦੇ ਵਾਸਤੇ ਮਾਇਆ ਵੀ ਜੋੜੀ ਹੈ ਖੁੱਲੀ। ਤਾਂਤੇ ਲਿਉ ਟੋਰ ਕਰ ਘੋਰਾ। ਇਸ ਕਰਕੇ ਮੈਂ ਵਧੀਆ ਘੋੜਾ ਆਪਣੇ ਸਤਿਗੁਰੂ ਜੀ ਵਾਸਤੇ ਲੈ ਕੇ ਜਾਵਾਂ। ਪਿਆਰਿਓ, ਧਿਆਨ ਨਾਲ ਸੁਣਿਓ ਮੇਰੀ ਇੱਕ ਬੇਨਤੀ। ਸਤਿਗੁਰੂ ਜੀ ਨੂੰ ਵਸਤੂ ਪਸੰਦ ਹੋਵੇ ਤੇ ਸਿੱਖ ਦੇਣ ਵਾਸਤੇ ਆਪਣੀ ਜਾਨ ਵੀ ਕੁਰਬਾਨ ਕਰ ਦਿੰਦੇ। ਗੱਜ ਕੇ ਆਖੋ ਵਾਹਿਗੁਰੂ। ਪਿਆਰ ਵਾਲੇ ਸਿੱਖ, ਪਿਆਰ ਵਾਲੇ ਜੀ। ਹਾਂਜੀ, ਦੂਰ ਦੂਰ ਕਰ ਖੋਜਨ ਕੀਨਸ। ਬੜੇ ਦੂਰ ਦੂਰ ਤੱਕ ਫਿਰ ਉਹਨੇ ਵਧੀਆ ਤੋਂ ਵਧੀਆ ਘੋੜੇ ਵੇਖੇ ਜੀ। ਵੱਡੇ ਮੋਲ ਕੋ ਬਾਜ ਨਾ ਚੀਨਸ। ਪਰ ਵੱਡੇ ਮੁੱਲ ਦਾ ਘੋੜਾ ਨਹੀਂ ਵੇਖਿਆ, ਮਹਿੰਗਾ ਘੋੜਾ ਨਹੀਂ ਕੋਈ ਲੱਭਿਆ। ਜਿੰਨਾ ਮਹਿੰਗਾ ਹੋਏਗਾ ਓਨਾ ਵਧੀਆ ਵੀ ਹੋਏਗਾ। ਬਲਖ ਬੁਖਾਰੇ ਮੈਂ ਨਹਿ ਪਾਇਓ। ਆਗੇ ਰੂਮ ਦੇਸ਼ ਲੈ ਆਇਓ। ਤੇ ਸਾਧ ਸੰਗਤ ਜੀ ਕਾਬਲ ਚੋਂ ਰਹਿੰਦਾ ਸੀ, ਉਥੋਂ ਬਲਖ ਬੁਖਾਰਾ ਵੇਖਿਆ ਉਹਨੇ ਸਾਰਾ। ਪੂਰੇ ਬਲਖ ਬੁਖਾਰੇ ਵਿੱਚ ਉਹਨੂੰ ਉਹ ਘੋੜਾ ਨਹੀਂ ਲੱਭਿਆ ਜਿਹੜਾ ਗੁਰੂ ਸਾਹਿਬ ਦੇ ਯੋਗ ਹੋਵੇ ਜੀ। ਉਹਦੀ ਸ਼ਰਧਾ, ਉਹ ਗੁਰੂ ਜੀ ਦਾ ਸਿੱਖ। ਫਿਰ ਬਲਖ ਬੁਖਾਰਾ ਛੱਡ ਕੇ ਤੇ ਰੂਮ ਵਿੱਚ ਚਲੇ ਗਿਆ ਜੀ। ਉਥੋਂ ਲੱਭੀਏ ਘੋੜਾ। ਹਾਂਜੀ, ਤਹਿ ਕਿਤ ਸੁਨਿਓ ਅਰਾਕੀ ਘੋਰਾ। ਉਹਨੇ ਸੁਣਿਆ ਸੀ ਵੀ ਰੂਮ ਦੇਸ਼ ਵਿੱਚ ਐਰਾਕੀ ਘੋੜੇ ਰਹਿੰਦੇ ਆ। ਐਰਾਕੀ ਘੋੜੇ ਹੈਗੇ ਨੇ। ਐਰਾਕੀ ਘੋੜੇ ਦੀ ਬੜੀ ਵਧੀਆ ਕਿਸਮ ਹੈ ਐਰਾਕੀ ਘੋੜਾ। ਜਿਸ ਕੋ ਮੋਲ ਨਹੀਂ ਕਿਛ ਥੋਰਾ। ਤੇ ਉਹਦਾ ਮੁੱਲ ਵੀ ਬੜਾ ਹੈ, ਮਹਿੰਗਾ ਵੀ ਹੈਗਾ ਐਰਾਕੀ ਘੋੜਾ। ਬੂਝ ਬੂਝ ਸਭ ਤੇ ਸੁਧ ਤਾਂ ਕੀ। ਤੇ ਸੰਗਤ ਜੀ ਚੇਤਾ ਰੱਖਿਓ, ਪਿਆਰ ਵਾਲੇ ਨਹੀਂ ਤੇ ਟਿਕਦੇ ਹੁੰਦੇ। ਆਖੋ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਨਾ, ਫਿਰ ਉਹ ਨਹੀਂ ਟਿਕਦੇ ਜੀ। ਉਹਨੇ ਐਰਾਕੀ ਘੋੜੇ ਦੀ ਖੋਜ ਕਰਨੀ ਸ਼ੁਰੂ ਕੀਤੀ ਜੀ। ਤੇ ਲੱਭਿਆ, ਲੱਭਦਾ ਜਾਏ ਬੇਲੋ ਕਿਉ ਤੁਰੰਗ ਅਰਾਕੀ। ਤੇ ਉਹਨੂੰ ਫਿਰ ਐਰਾਕੀ ਘੋੜਾ ਲੱਭ ਹੀ ਗਿਆ ਜੀ। ਚਾਹ ਹੈ ਨਾ, ਸੀਨੇ ਖਿੱਚ ਜਿਨ੍ਹਾਂ ਨੇ ਖਾਦੀ, ਉਹ ਕਰ ਆਰਾਮ ਨਹੀਂ ਬਹਿੰਦੇ। ਵੀ ਮੈਂ ਸਤਿਗੁਰੂ ਜੀ ਵਾਸਤੇ ਘੋੜਾ ਲੈਣਾ। ਤੇ ਪਿਆਰਿਓ, ਖੇਚਲ ਦੀ ਉਹਨੇ ਪਰਵਾਹ ਨਹੀਂ ਕੀਤੀ ਜੀ। ਚੇਤਾ ਰੱਖਿਓ, ਇਹ ਮਾਰਗ ਹੀ ਖੇਚਲ ਦਾ ਹੈ, ਸੁੱਖ ਆਰਾਮ ਵਾਲਾ ਇਹ ਮਾਰਗ ਨਹੀਂ ਹੈ। ਜਿੰਨੀ ਕੋਈ ਖੇਚਲ ਕਰਦਾ ਹੈ ਓਨਾ ਉਹਨੂੰ ਲਾਭ ਹੁੰਦਾ ਹੈ। ਬੜੀ ਖੇਚਲ ਕੀਤੀ ਜੀ ਉਹਨੇ। ਹਾਂਜੀ, ਹਾਥ ਫੇਰ ਬਹੁ ਸੁੰਦਰ ਹੀਰਾ। ਉਹਨੇ ਘੋੜੇ ਤੇ ਹੱਥ ਫੇਰਿਆ ਜੀ। ਬੜਾ ਸੋਹਣਾ ਘੋੜਾ ਸੀਗਾ ਜੀ। ਹਾਂਜੀ, ਗੁਰਹਿਤ ਚਾਹਿਓ ਸਿੱਖ ਕਨੇਰਾ। ਤੇ ਬਸ ਫਿਰ ਉਹਨੇ ਫੁਰਨਾ ਬਣਾ ਲਿਆ ਵੀ ਮੈਂ ਆਪਣੇ ਸਤਿਗੁਰੂ, ਆਪਣੇ ਮਾਲਕ ਵਾਸਤੇ ਇਹੋ ਹੀ ਘੋੜਾ ਲੈਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਇਹੋ ਹੀ ਘੋੜਾ ਲੈਣਾ ਹੈ। ਹਾਂਜੀ, ਕਹਿਓ ਮੋਲ ਮੁਝ ਦਿਓ ਸੁਨਾਈ। ਤੇ ਘੋੜੇ ਦੇ ਮਾਲਕ ਨੂੰ ਫਿਰ ਗੁਰੂ ਦੇ ਸਿੱਖ ਨੇ ਆਖਿਆ, ਕਹਿੰਦਾ ਪਿਆਰਿਆ ਇਸ ਘੋੜੇ ਦਾ ਮੁੱਲ ਦੱਸ ਮੈਨੂੰ। ਹਾਂਜੀ, ਹਮ ਲੀਵੇਂ ਧਨ ਦੇ ਹਰ ਖਾਈ। ਮੈਂ ਲੈਣਾ ਹੈ, ਤੈਨੂੰ ਓਨੀ ਮਾਇਆ ਮਿਲੇਗੀ। ਹਾਂਜੀ, ਸੁਨਤ ਸੌਦਾਗਰ ਨੇ ਤਿਸ ਕਹਿਓ। ਤੇ ਸੌਦਾਗਰ ਘੋੜੇ ਦੇ ਮਾਲਕ ਨੇ ਅੱਗੋਂ ਇਹ ਆਖਿਆ, ਲੈਬੈ ਉਚਿਤ ਨਹੀਂ ਤੂੰ ਲਹਿਓ। ਕਹਿੰਦਾ ਨਹੀਂ ਤੂੰ ਨਹੀਂ ਇਹ ਲੈ ਸਕਦਾ। ਉਹਨੇ ਸੋਚਿਆ ਵੀ ਇਹ ਗਰੀਬ ਹੀ ਬੰਦਾ ਹੈਗਾ,
ਤੇ ਇਹ ਇੰਨਾ ਮਹਿੰਗਾ ਘੋੜਾ ਕਿੱਥੋਂ ਲਏਗਾ। ਹਾਂਜੀ, ਇਸਕੋ ਪਾਤਸ਼ਾਹ ਕੋ ਲੀਵੈ। ਕੋਈ ਕਹਿਣ ਲੱਗਾ ਇਹਨੂੰ ਤੇ ਕੋਈ ਬਾਦਸ਼ਾਹ ਹੀ ਲੈ ਸਕਦਾ, ਆਮ ਬੰਦਾ ਇਹਦੇ ਤੇ ਕਿੱਥੋਂ ਰੱਖੇ। ਹੁਣ ਸਾਧ ਸੰਗਤ ਜੀ, ਆਮ ਬੰਦਾ ਵੱਡੀ ਗੱਡੀ ਰੱਖੀ ਫਿਰੇ ਤੇ ਲੋਕ ਮਜ਼ਾਕ ਹੀ ਕਰਦੇ ਆ। ਆਖੋ, ਆਮ ਬੰਦਿਆਂ ਨੂੰ ਤਾਂ ਛੋਟੀਆਂ ਛੋਟੀਆਂ ਗੱਡੀਆਂ ਠੀਕ ਰਹਿੰਦੀਆਂ ਜੀ। ਤੇ ਜੇ ਕੋਈ ਆਮ ਬੰਦਾ ਵੱਡੀ ਗੱਡੀ ਰੱਖ ਲੇ ਤੇ ਲੋਕਾਂ ਨੇ ਮਜ਼ਾਕ ਕਰਨਾ ਹੈ ਜੀ। ਉਹ ਹੁਣ ਘੋੜਾ ਬਹੁਤ ਵਧੀਆ, ਉਹ ਕਹਿਣ ਲੱਗਾ ਇਹ ਤਾਂ ਕੋਈ ਬਾਦਸ਼ਾਹ ਘੋੜਾ ਰੱਖ ਸਕਦਾ, ਆਮ ਬੰਦਾ ਨਹੀਂ ਇਹ ਘੋੜਾ ਰੱਖ ਸਕਦਾ। ਅਨਗਨ ਧਨ ਮਨ ਗਿਨੈ ਨਾ ਦੇਵੈ। ਫਿਰ ਇਹਦੇ ਵਾਸਤੇ ਇੰਨਾ ਧਨ ਚਾਹੀਦਾ ਵੀ ਤੇਰੇ ਕੋਲ ਧਨ ਨਹੀਂ ਹੋਣਾ। ਹਾਂਜੀ, ਸਿੱਖ ਨੇ ਕਹਿਓ ਬਾਕ ਫੁਰ ਤੋਰਾ, ਸੱਚਾ ਪਾਤਸ਼ਾਹ ਲੈ ਘੋਰਾ। ਆਖੋ ਵਾਹਿਗੁਰੂ। ਤੇ ਗੁਰੂ ਦੇ ਸਿੱਖ ਨੇ ਗੁੱਸਾ ਨਹੀਂ ਕੀਤਾ। ਗੁਰੂ ਦਾ ਸਿੱਖ ਕਹਿੰਦਾ ਤੂੰ ਸੱਚ ਕਿਹਾ, ਇਹ ਘੋੜਾ ਆਮ ਬੰਦੇ ਵਾਸਤੇ ਮੈਂ ਲੈਣਾ ਹੀ ਨਹੀਂ ਹੈ, ਇਹ ਘੋੜਾ ਸੱਚੇ ਪਾਤਸ਼ਾਹ ਵਾਸਤੇ ਹੀ ਲੈਣਾ ਹੈ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ, ਮਸਾਂ ਮਸਾਂ ਗੁਰੂ ਸਾਹਿਬ ਨੂੰ ਕੋਈ ਵਸਤੂ ਭੇਟ ਕਰਨ ਦਾ ਮੌਕਾ ਬਣਦਾ, ਉਹਦੇ ਵਿੱਚ ਵੀ ਬੰਦਾ ਕੰਜੂਸੀ ਕਰੇ, ਨਹੀਂ ਇਹ ਨਹੀਂ ਚਾਹੀਦਾ ਜੀ। ਕਹਿਣ ਲੱਗਾ ਨਹੀਂ, ਇਹ ਸੱਚੇ ਪਾਤਸ਼ਾਹ ਵਾਸਤੇ ਹੀ ਘੋੜਾ ਲੈਣਾ, ਸੱਚੇ ਪਾਤਸ਼ਾਹ ਵਾਸਤੇ। ਮੈਂ ਵੇਖਿਆ, ਮੈਂ ਤਾਂ ਇਹ ਗੱਲ ਆਖੀ ਹੈ ਕਿ ਵਿਆਹ ਦੇ ਵਿੱਚ ਆਪਣੇ ਤੇ ਕੱਪੜੇ ਵਧੀਆ ਵਧੀਆ ਜੀ, ਤੇ ਰੁਮਾਲਾ ਸਾਹਿਬ ਉਹ ਲੈਂਦੇ ਆ ਜਿਹੜਾ ਸਾਧ ਸੰਗਤ ਜੀ ਐਡਾ ਵਧੀਆ ਨਹੀਂ ਹੁੰਦਾ ਜੀ। ਉਹ ਭਾਵਨਾ ਹੋਣੀ ਚਾਹੀਦੀ ਵੀ ਸਾਡੇ ਸਤਿਗੁਰੂ ਜੀ ਵਾਸਤੇ ਹੈ। ਮਾਇਆ ਜਿੰਨੀ ਮਰਜ਼ੀ ਲੱਗ ਜਾਏ ਜੀ, ਜਿਹਦੇ ਕੋ ਖੁੱਲੀ ਮਾਇਆ ਜੀ। ਹਾਂਜੀ, ਗਿਨਹਿ ਨਾ ਧਨ ਮਨ ਕਰਕੇ ਜੋਏ, ਇਹ ਤੋ ਰੰਗ ਲੇਵਤ ਹੈ ਸੋਏ। ਕਹਿਣ ਲੱਗਾ ਠੀਕ ਹੈ ਗੱਲ, ਜਿਹੜਾ ਇਹ ਘੋੜਾ ਲਏਗਾ ਉਹਨੂੰ ਪੈਸੇ ਗਿਣਨਾ ਉਹਦੇ ਲਈ ਚੰਗੀ ਗੱਲ ਨਹੀਂ, ਕਿਉਂਕਿ ਇਹਦੇ ਲਈ ਬੜੀ ਮਾਇਆ ਚਾਹੀਦੀ ਹੈ। ਹਾਂਜੀ, ਕਹੋ ਮੋਲ ਹਮ ਲੈ ਸੁਨ ਕਾਨਾ, ਕਹੋ ਮੋਲ ਹਮ ਲੈ ਸੁਨ ਕਾਨਾ। ਸੌਦਾਗਰ, ਇਸ ਘੋੜੇ ਦਾ ਮੁੱਲ ਦੱਸ, ਮੈਂ ਮੁੱਲ ਸੁਣਨਾ ਤੇ ਚਾਹੁੰਦਾ ਨਾ। ਹਾਂਜੀ, ਤਬ ਸੌਦਾਗਰ ਸਾਚ ਬਖਾਨਾ। ਤੇ ਸੌਦਾਗਰ ਨੇ ਫਿਰ ਸੱਚ ਸੱਚ ਉਸ ਐਰਾਕੀ ਘੋੜੇ ਦਾ ਮੁੱਲ ਦੱਸਿਆ ਜੀ। ਮੋਲ 1.25 ਲੱਖ ਇਸ ਕੋ ਪਾਵੈ। ਮੋਲ 1.25 ਲੱਖ ਇਸ ਕੋ ਪਾਵੈ। ਆਖੋ ਵਾਹਿਗੁਰੂ। 1.25 ਲੱਖ ਤਾਂ ਅੱਜ ਵੀ ਸਾਧ ਸੰਗਤ ਜੀ ਆਪਣੇ ਵਰਗੇ ਬੰਦੇ ਵਾਸਤੇ ਕੱਢਣਾ ਔਖਾ ਹੋ ਜਾਂਦਾ ਹੈ ਜੀ। ਤਾਂ ਉਸ ਸਮੇਂ 1.25 ਲੱਖ ਤਾਂ ਬਹੁਤ ਕੀਮਤ, ਜਦੋਂ 1 ਰੁਪਈਆ ਵੀ ਬੜਾ ਕੀਮਤੀ ਸੀਗਾ ਜੀ। ਹੁਣ ਵਾਲਾ ਤਾਂ 1 ਰੁਪਈਆ ਹੈ ਹੀ ਨਹੀਂ ਸੀਗਾ ਜੀ। ਉਦੋਂ ਦਿਨਾਰ ਚੱਲਦੇ ਸੀ, ਸਿੱਕੇ ਚੱਲਦੇ ਸੀਗੇ। ਉਹ ਕਹਿਣ ਲੱਗਾ ਵੀ 1.25 ਲੱਖ ਮੁੱਲ ਇਹਦਾ ਘੋੜੇ ਦਾ ਹੈਗਾ, 1.25 ਲੱਖ ਰੁਪਈਆ। ਲੱਖ ਦੀਏ ਬਿਨ ਹਾਥ ਨਾ ਆਵੇ। ਤੇ ਘੱਟੋ ਘੱਟ 1 ਲੱਖ ਰੁਪਈਆ ਤੇ ਲੈਣਾ ਹੀ ਲੈਣਾ ਹੈ। 1.25 ਲੱਖ ਦਾ ਤੇ 1 ਲੱਖ ਤਾਂ ਲੈਣਾ ਹੀ ਲੈਣਾ। ਲੱਖ ਰੁਪਏ ਤੋਂ ਘੋੜਾ ਥੱਲੇ ਨਹੀਂ ਮਿਲਣਾ। ਉਹਨਾਂ ਸਮਿਆਂ ਵਿੱਚ ਸਾਧ ਸੰਗਤ ਜੀ ਘਰ ਵੀ ਨਹੀਂ ਵਧੀਆ ਹੁੰਦੇ, ਤੇ ਹੱਥ ਵਿੱਚ ਮਾਇਆ ਤੇ ਹੁੰਦੀ ਨਹੀਂ ਸੀਗੀ ਜੀ ਲੋਕਾਂ ਦੇ ਜੀ। ਤੇ ਲੱਖ ਰੁਪਈਆ ਤੇ ਬੜੀ ਵੱਡੀ ਗੱਲ ਸੀਗੀ ਜੀ। ਹਾਂਜੀ, ਸੁਨ ਸਿੱਖ ਆਨੰਦ ਕਰ ਉਰਮਾਹੀ। ਤੇ ਲਓ ਜੀ, ਆਮ ਬੰਦਾ ਤੇ ਚਿੰਤਾ ਚ ਪੈਂਦਾ ਨਾ ਜੀ, ਉਹ ਸਿੱਖ ਦੇ ਮਨ ਚ ਆਨੰਦ ਵੱਧ ਗਿਆ ਜੀ ਸੁਣ ਕੇ ਜੀ। ਹਾਂਜੀ, ਗੁਰ ਕੋ ਦਰਬ ਇਤੋ ਹੋਏ ਨਾਹੀ। ਆਖੋ ਵਾਹਿਗੁਰੂ। ਪ੍ਰਸੰਨ ਹੋਇਆ ਤੇ ਉਹਨੇ ਸੋਚਿਆ ਵੀ ਜਿਹੜਾ ਮੈਂ ਦਸਵੰਧ ਕੱਢਿਆ ਉਹ ਲੱਖ ਤੇ ਨਹੀਂ ਹੋਣਾ, ਅਜੇ ਘੱਟ ਹੈ। ਹਾਂਜੀ, ਸਾਚੋ ਪਾਤਸ਼ਾਹ ਲੈ ਅਸ ਕੋ। ਪਰ ਜੇ ਸਾਡੇ ਸੱਚੇ ਪਾਤਸ਼ਾਹ ਨੂੰ ਇਹੋ ਜਿਹਾ ਘੋੜਾ ਪਸੰਦ ਹੈ ਤੇ ਮਹਾਰਾਜ ਵਾਸਤੇ, 6ਵੇਂ ਪਾਤਸ਼ਾਹ ਵਾਸਤੇ ਇਹ ਘੋੜਾ ਜਾਣਾ। ਮੈਂ ਕਹਿ ਦਿਓ ਬਾਕ ਇਸ ਅਬ ਕੋ। ਤੇ ਮੈਂ ਤੇ ਇਹਨੂੰ ਕਹਿ ਬੈਠਾ ਵੀ ਮੈਂ ਗੁਰੂ ਸਾਹਿਬ ਨੂੰ ਬਿਠਾਉਣਾ ਇਸ ਘੋੜੇ ਤੇ। ਇਹ ਘੋੜਾ ਸਤਿਗੁਰੂ ਜੀ ਦਾ, ਮੈਂ ਤੇ ਕਹਿ ਬੈਠਾ। ਹਾਂਜੀ, ਆਗੇ ਮੈਂ ਜੋ ਕਰੂੰ ਵਿਵਹਾਰ, ਤਿਸ ਮੈਂ ਲੇਵੋ ਸ਼ੇਖ ਬਿਆਰ। ਆਖੋ ਵਾਹਿਗੁਰੂ। ਉਹ ਸੋਚਦਾ ਵੀ ਹੁਣ ਅੱਗੋਂ ਜਿਹੜਾ ਮੈਂ ਵਪਾਰ ਕਰਨਾ,
ਉਹਦੇ ਵਿੱਚ ਜਿਹੜੀ ਮਾਇਆ ਬਚਣੀ ਹੈ ਉਹ ਸਾਰੀ ਮੈਂ ਘੋੜੇ ਦੇ ਵਿੱਚ ਪਾ ਦੇਣੀ ਹੈ, ਭਾਵ ਘੋੜਾ ਖਰੀਦਣ ਵਿੱਚ ਵਾਸਤੇ ਰੱਖ ਲੈਣੀ ਹੈ। ਹਾਂਜੀ, ਇਹ ਮਨ ਠਾਨ ਲਾਖ ਹੀ ਦੀਨਾ, ਘੋੜਾ ਖੋਲ ਤਹਾਂ ਤੇ ਲੀਨਾ। ਇਹ ਵਿਚਾਰ ਕਰਕੇ ਉਹਨੇ ਲੱਖ ਰੁਪਈਆ ਖਰਚਿਆ ਸੰਗਤ ਜੀ। ਪ੍ਰੇਮ ਦੀ ਖੇਡ ਹੈ, ਮੈਨੂੰ ਮਾਫ ਕਰਿਓ, ਜਿਹਦੇ ਕੋਲ ਨਹੀਂ ਹੈ ਉਹਦਾ 1 ਰੁਪਈਆ ਵੀ ਪ੍ਰਵਾਨ ਹੈ। ਦੋ ਭਾਵ ਨੇ, ਧਿਆਨ ਨਾਲ ਸੁਣੇ। ਕਈ ਵਾਰੀ ਕੀ ਹੁੰਦਾ ਹੈ ਵੀ ਜਿਹਦੇ ਕੋਲ ਥੋੜੀ ਮਾਇਆ ਉਹ ਸੋਚਦਾ ਹੈ ਵੀ ਨਹੀਂ ਮੇਰੀ ਧੀ ਤੇ ਤੁੱਛ ਹੈ, ਪਰ ਨਹੀਂ ਗੁਰੂ ਪਿਆਰਿਓ, ਸਤਿਗੁਰੂ ਨੂੰ ਉਹ ਵੀ ਬੜੀ ਵਧੀਆ ਲੱਗਦੀ ਹੈ। ਪਰ ਕਈ ਲੋਕਾਂ ਨੂੰ ਮੈਂ ਵੇਖਿਆ ਜਿਨ੍ਹਾਂ ਕੋ ਖੁੱਲੀ ਮਾਇਆ ਨਾ, ਉਹ ਵਧੀਆ ਤੋਂ ਵਧੀਆ ਵਸਤੂ ਸਤਿਗੁਰੂ ਨੂੰ ਭੇਟ ਕਰਦੇ ਆ। ਤੇ ਜਿਹੜੇ ਕਈ ਕੰਜੂਸ ਨੇ ਉਹ ਕਹਿਣਗੇ ਨਜਾਇਜ਼ ਖਰਚਾ ਕੀਤਾ ਇਹਨੇ, ਜਾਂ ਫਿਰ ਵਿਖਾਵਾ ਕੀਤਾ, ਉਹ ਇਸ ਤਰ੍ਹਾਂ ਕਹਿੰਦੇ ਆ। ਹੁਣ ਸ੍ਰੀ ਹਰਿਮੰਦਰ ਸਾਹਿਬ ਸਾਧ ਸੰਗਤ ਜੀ ਲੱਖ ਲੱਖ ਰੁਪਏ ਦੇ ਰੁਮਾਲੇ ਚੜ੍ਹਦੇ ਰੋਜ਼, ਲੱਖਾਂ ਰੁਪਈਆ ਉਹਦਾ ਮੁੱਲ ਹੁੰਦਾ। ਤੇ ਸ਼ਰਧਾ ਵਾਲੇ ਚੜਾਉਂਦੇ ਆ, ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹ ਚੜਾਉਂਦੇ ਆ। ਕਿਉਂ? ਉਹ ਸਮਝਦੇ ਆ ਵੀ ਸ੍ਰੀ ਗੁਰੂ ਰਾਮਦਾਸ ਜੀ ਨੇ ਹੀ ਬਸਤਰ ਪਾ ਲਏ ਜੀ, ਗੁਰੂ ਰਾਮਦਾਸ ਜੀ ਨੇ ਬਸਤਰ ਪਾਏ। ਇਸ ਕਰਕੇ ਥੋੜੀ ਮਾਇਆ ਵਾਲਾ ਵੀ ਪ੍ਰਵਾਨ ਹੈ, ਤੇ ਜੇ ਅੰਦਰ ਪਿਆਰ ਹੈ ਤੇ ਵੱਧ ਮਾਇਆ ਖਰਚੀ ਹੈ ਪਿਆਰ ਵਿੱਚ ਆ ਕੇ, ਤੇ ਗੁਰੂ ਸਾਹਿਬ ਨੂੰ ਉਹ ਵੀ ਪ੍ਰਵਾਨ ਹੈਗੀ ਹੈ ਜੀ। ਕਿੰਤੂ ਪਰੰਤੂ ਵਾਲਾ ਜੋ ਮਰਜ਼ੀ ਆਖੀ ਜਾਵੇ ਜੀ। ਹੁਣ ਕਹਿ ਸਕਦੇ ਵੀ ਘੋੜੇ ਦਾ ਤੇ 5000 ਦੇ ਘੋੜੇ ਨਾਲ ਵੀ ਸਰ ਸਕਦਾ ਜੀ। ਉਸ ਸਮੇਂ 5000 ਕਿਹੜਾ ਥੋੜਾ ਸੀਗਾ ਜੀ, ਬਹੁਤ ਹੋਏਗਾ। ਤੇ ਲੱਖ ਰੁਪਏ ਦਾ ਘੋੜਾ ਜੀ। ਪਰ ਉਹਨੇ ਵਿਚਾਰ ਕੀਤੀ ਵੀ ਹੁਣ ਤੇ ਮਾਇਆ ਥੋੜੀ ਹੈ, ਦਸਵੰਧ ਦੀ ਮਾਇਆ ਥੋੜੀ ਹੈ, ਪਰ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਦਸਵੰਧ ਹੈ ਮੈਂ ਵਿੱਚ ਮਿਲਾ ਲਾਂਗਾ, ਮਾਇਆ ਵਿੱਚ ਮਿਲਾ ਲਾਂਗਾ। ਘੋੜਾ ਇਹ ਖੜਨਾ ਮਹਾਰਾਜ ਵਾਸਤੇ। ਨਟ ਬਾਜ਼ੀ ਜਿਮ ਬਾਜ਼ੀ ਚਾਲਾ। ਲੱਖ ਰੁਪਈਆ ਦਿੱਤਾ ਤੇ ਸਾਧ ਸੰਗਤ ਜੀ ਉਹਨੇ ਘੋੜਾ ਖਰੀਦ ਲਿਆ ਜੀ। ਫਿਰ ਪੜਿਓ, ਨਟ ਬਾਜ਼ੀ ਜਿਮ ਬਾਜ਼ੀ ਚਾਲਾ। ਘੋੜਾ ਬੜਾ ਟ੍ਰੇਨਡ ਸੀ, ਨੱਟ ਦੀ ਬਾਜੀ ਵਾਂਗੂ ਘੋੜਾ ਚੱਲਦਾ ਸੀਗਾ ਜੀ, ਬੜਾ ਚੰਚਲ ਸੀਗਾ ਜੀ। ਹਾਂਜੀ, ਫਾਂਦਤ ਚੰਚਲ ਬਲੀ ਵਿਸਾਲਾ। ਐ ਕੁੱਦਦਾ ਸੀਗਾ, ਬਲ ਵਾਲਾ ਘੋੜਾ ਸੀਗਾ, ਜਾਨ ਸੀਗੀ ਘੋੜੇ 'ਚ। ਹਾਂਜੀ, ਜਿਉਂ ਕਿਉਂ ਕਰ ਕਾਬਲ ਮੈਂ ਲਿਆਇਓ। ਤੇ ਜਿਵੇਂ ਕਿਵੇਂ ਕਰਕੇ ਉਹ ਉਸ ਘੋੜੇ ਨੂੰ, ਐਡਾ ਮਹਿੰਗਾ ਘੋੜਾ ਰਸਤੇ 'ਚ ਕੋਈ ਖੋਹ ਲੈਂਦਾ, ਉਹ ਰੂਮ ਦੇਸ਼ ਤੋਂ ਕਾਬਲ ਲੈ ਕੇ ਗਿਆ ਜੀ। ਹਾਂਜੀ, ਪਟ ਪੁਰਾਨ ਸੋ ਰੱਖਨ ਛਾਇਓ। ਤੇ ਸਾਧ ਸੰਗਤ ਜੀ ਫਿਰ ਪੁਰਾਣੇ ਕੱਪੜਿਆਂ ਨਾਲ ਢੱਕ ਕੇ ਰੱਖਦਾ ਸੀ ਵੀ ਕਿਸੇ ਦੇ ਨਜ਼ਰੀ ਨਾ ਪੈ ਜਾਵੇ। ਹਾਂਜੀ, ਗੁਰਦਰਸ਼ਨ ਕੋ ਅਧਿਕ ਉਮੰਗਤ। ਹੁਣ ਉਸ ਪਿਆਰ ਵਾਲੇ ਸਿੱਖ ਨੂੰ ਇਹ ਹੈ, ਕਿਹੜਾ ਵੇਲਾ ਹੋਵੇ ਮੈਂ ਆਪਣੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਜਾਵਾਂ, ਸਤਿਗੁਰੂ ਜੀ ਦੇ ਦਰਸ਼ਨ ਕਰਾਂ। ਕਾਬਲ ਆਦ ਮਿਲੀ ਬਹੁ ਸੰਗਤ। ਚਲੋ ਕਾਬਲ ਤੋਂ ਗੁਰੂ ਜੀ ਦੀਆਂ ਸੰਗਤਾਂ ਜਿਹੜੀਆਂ ਉਹ ਇਕੱਠੀਆਂ ਹੋਈਆਂ ਸਾਧ ਸੰਗਤ ਜੀ। ਮਦਰ ਦੇਸ਼ ਕੋ ਆਮਨ ਲਾਗੀ। ਤੇ ਸੰਗਤ ਇਕੱਠੀ ਹੋ ਕੇ ਕਾਬਲ ਤੋਂ ਪੰਜਾਬ ਆਉਣ ਲੱਗੀ ਜੀ। ਕਿੱਥੇ ਆਉਣ ਲੱਗੀ? ਹਾਂਜੀ, ਲੈ ਧਨ ਆਦ ਵਸਤ ਅਨੁਰਾਗੀ। ਲੈ ਧਨ ਆਦ ਵਸਤ ਅਨੁਰਾਗੀ। ਬੜੇ ਪ੍ਰੇਮ ਨਾਲ ਕੋਈ ਮਾਇਆ ਲੈ ਕੇ ਆ ਰਿਹਾ, ਕੋਈ ਹੋਰ ਵਸਤੂਆਂ ਲੈ ਕੇ ਆ ਰਿਹਾ। ਹਾਂਜੀ, ਲੈ ਤੁਰੰਗ ਸਭ ਸੰਗ ਮਿਲਿਓ ਹੈ। ਇਹ ਵੀ ਪ੍ਰੇਮ ਵਾਲਾ ਘੋੜਾ, ਵਾਹਿਗੁਰੂ ਪ੍ਰੇਮ ਵਾਲਾ ਸਿੱਖ ਉਸ ਘੋੜੇ ਨੂੰ ਲੈ ਕੇ ਤੁਰ ਪਿਆ ਸਾਧ ਸੰਗਤ ਜੀ। ਹਾਂਜੀ, ਅਧਿਕ ਛੁਪਾਵਤ ਪੰਥ ਚੱਲਿਓ ਹੈ। ਤੇ ਘੋੜੇ ਨੂੰ ਲੁਕਾ ਕੇ ਲੈ ਕੇ ਜਾ ਰਿਹਾ ਹੈ ਜੀ, ਲੁਕਾ ਕੇ ਲੈ ਕੇ ਜਾ ਰਿਹਾ ਵੀ ਕਿਸੇ ਨੂੰ ਵਿਖੇ ਨਾ, ਤੇ ਜੇ ਦਿਸ ਗਿਆ ਤੇ ਫਿਰ ਕੋਈ ਖੋ ਹੀ ਨਾ ਲਵੇ ਜੀ। ਏਡੀ ਕੀਮਤੀ ਚੀਜ਼ ਬੰਦਾ ਇਸ ਤਰ੍ਹਾਂ ਨਹੀਂ ਸੀ ਲੈ ਕੇ ਜਾ ਸਕਦਾ। ਹਾਂਜੀ, ਨਹਿ ਉਮਰਾਵ ਦੇਖ ਕਰ ਲੇ। ਕੋਈ ਹਾਕਮ ਹੀ ਨਾ ਘੋੜਾ ਖੋਲੇ, ਏਡਾ ਸੋਹਣਾ ਘੋੜਾ। ਸ਼ਾਹੋ ਨਿਕਟ ਸੁਧ ਕੋ ਨਹਿ ਦੇ। ਜਾਂ ਫਿਰ ਕੋਈ ਸ਼ਾਹਜਹਾਂ ਨੂੰ ਹੀ ਨਾ ਦੱਸ ਦੇ ਵੀ ਇਹ ਏਡਾ ਸੋਹਣਾ ਘੋੜਾ ਲੈ ਕੇ ਜਾ ਰਹੇ ਆ।
ਗੁਰ ਢਿਗ ਪਹੁੰਚੈ ਬਿਗਨ ਮਹੀਨ। ਤੇ ਕਿਸੇ ਤਰੀਕੇ ਨਾਲ ਇਹ ਘੋੜਾ ਜਿਹੜਾ ਹੈ ਉਹ ਸਤਿਗੁਰੂ ਜੀ ਤੱਕ ਪਹੁੰਚ ਜਾਵੇ। ਹਾਂਜੀ, ਇਸ ਹਿਤ ਯਤਨ ਅਨੇਕ ਸੋ ਕੀਨ। ਇਹਦੇ ਵਾਸਤੇ ਪਿਆਰਿਓ ਉਸ ਸਿੱਖ ਨੇ ਬੜੇ ਯਤਨ ਕੀਤੇ। ਉਹਨੂੰ ਘੋੜੇ ਨੂੰ ਲੁਕਾ ਕੇ ਰੱਖਦਾ ਹੈ, ਲੋਕਾਂ ਦੇ ਸਮੂਹ ਵਿੱਚ ਰੱਖਦਾ ਹੈ। ਹਾਂਜੀ, ਅਟਕ ਸਿੰਧ ਨਦ ਤਰੀ ਚੜਾਵਾ। ਹਾਂਜੀ। ਤਟ ਉਰਾਰ ਲੇ ਜਬ ਉਗਲਾਵਾ। ਅਟਕ ਤੇ ਸਿੰਧ ਦਰਿਆ ਨੂੰ ਪਾਰ ਕੀਤਾ ਜੀ, ਬੇੜੀ ਤੇ ਚੜਾਇਆ ਜੀ, ਫਿਰ ਦੂਸਰੇ ਕੰਢੇ ਪਹੁੰਚ ਗਿਆ ਜੀ ਉਹ। ਹਾਂਜੀ, ਇੱਕ ਉਮਰਾਵ ਪਿਸ਼ੋਰ ਸਿਧਾਰਾ। ਸੁੰਦਰ ਬਾਜ਼ੀ ਚਪਲ ਨਿਹਾਰਾ। ਤੇ ਜਿਸ ਗੱਲ ਤੋਂ ਉਹ ਸਿੱਖ ਡਰਦਾ ਸੀ ਉਹੋ ਹੀ ਕੰਮ ਹੋ ਗਿਆ। ਆਖੋ ਕੀ ਹੋਇਆ ਜੀ? ਪਿਸ਼ੌਰ ਦਾ ਸਾਧ ਸੰਗਤ ਜੀ, ਇੱਕ ਇਮਰਾਬ ਪਿਸ਼ੌਰ ਸਿਧਾਰਾ, ਇੱਕ ਹਾਕਮ ਪਿਸ਼ੌਰ ਜਾ ਰਿਹਾ ਸੀਗਾ ਤੇ ਉਹਨੇ ਵੇਖ ਲਿਆ ਜੀ ਉਹ ਘੋੜਾ। ਹਾਂਜੀ, ਤਹਾਂ ਤੇਜ ਐਸੇ ਕੁਛ ਭਇਓ। ਰੋਕਿਓ ਜਾਏ ਨਾ ਬਹੁ ਬਲ ਕਯੋ। ਤੇ ਘੋੜਾ ਬੜੀ ਫਿਰ ਤੇਜ਼ੀ ਦੇ ਨਾਲ ਜਾ ਰਿਹਾ ਸੀ, ਸਾਰਿਆਂ ਇਕੱਠ ਦੇ ਵਿੱਚ, ਰੁਕਿਆ ਰੁਕਦਾ ਨਹੀਂ ਸੀ। ਹਾਂਜੀ, ਸਨੇ ਸਨੇ ਸਾਦਰ ਕਰ ਫੇਰ। ਕਰਿਓ ਟਿਕਾਵਨ ਘੋਰਾ ਫੇਰ। ਉਹਨੇ ਨਿਗਾਹ ਰੱਖੀ ਦੀ ਹਾਕਮ ਨੇ। ਹੌਲੀ ਹੌਲੀ ਜਦੋਂ ਸਾਰੀ ਸੰਗਤ ਰੁਕ ਗਈ, ਘੋੜਾ ਵੀ ਨਾਲ ਰੁਕ ਗਿਆ। ਪਿਖ ਉਮਰਾਵ ਰਿਦਾ ਬਿਮਰਾਇਓ। ਤੇ ਪਿਖ ਉਮਰਾਵ ਰਿਦਾ ਬਿਰਮਾਇਓ। ਹਾਕਮ ਦਾ ਮਨ ਲਲਚਾਏ ਮਾਨ ਹੋ ਗਿਆ ਜੀ। ਹਾਂਜੀ, ਮਾਨੋ ਕਮਲ ਪਰ ਭਵਰ ਲੁਭਾਇਓ। ਐਦਾਂ ਲੁਭਾਏਮਾਨ ਹੋ ਗਿਆ ਵੀ ਜਿਵੇਂ ਕਮਲ ਫੁੱਲ ਤੇ ਭੌਰਾ ਨਹੀਂ ਲੁਭਾਏਮਾਨ ਹੋ ਜਾਂਦਾ, ਐਦਾਂ ਉਹਨੂੰ ਘੋੜਾ ਪਸੰਦ ਆ ਗਿਆ ਜੀ। ਹਾਂਜੀ, ਬੂਝਨ ਕੀਨ ਆਹ ਕਿਸ ਘੋਰਾ। ਉਹਨੇ ਫਿਰ ਵਿੱਚੋਂ ਸੂਹ ਕੱਢੀ ਵੀ ਇਹ ਘੋੜਾ ਕਿਹਦਾ ਜਾ ਰਿਹਾ। ਹਾਂਜੀ, ਕਹਤੇ ਆਏ ਜਾਹੇ ਕਿਸ ਓਰਾ। ਇਹ ਘੋੜਾ ਕਿੱਧਰੋਂ ਆ ਰਿਹਾ ਤੇ ਕਿੱਧਰ ਜਾ ਰਿਹਾ? ਏਡਾ ਕੀਮਤੀ ਘੋੜਾ। ਹਾਂਜੀ, ਸ਼੍ਰੀ ਗੁਰੂ ਹਰਗੋਬਿੰਦ ਬਿਸਾਲਾ। ਹਾਂਜੀ। ਕਰਿਓ ਖਰੀਦਨ ਤਿੰਨ ਢਿਗ ਚਾਲਾ। ਆਖੋ ਵਾਹਿਗੁਰੂ। ਤੇ ਗੁਰਸਿੱਖਾਂ ਤੋਂ ਉਹਨੂੰ ਪਤਾ ਲੱਗਾ ਇਹ ਘੋੜਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਜਾ ਰਿਹਾ ਹੈ। ਹਾਂਜੀ, ਮੂਰਖ ਮਨ ਉਮਰਾਵ ਵਿਚਾਰਾ। ਮੂਰਖ ਹਾਕਮ ਨੇ ਫਿਰ ਆਪਣੇ ਮਨ 'ਚ ਵਿਚਾਰ ਕੀਤੀ, ਸ਼ਾਹੋ ਉਚਿਤ ਹੈ ਰੁਚਰ ਨਿਹਾਰਾ। ਗੁਰੂ ਸਾਹਿਬ ਨਹੀਂ ਬਹਿਣੇ ਚਾਹੀਦੇ, ਸ਼ਾਹਜਹਾਂ ਬਹਿਣਾ ਚਾਹੀਦਾ। ਇਹ ਤੇ ਸ਼ਾਹਜਹਾਂ ਵਾਸਤੇ ਘੋੜਾ ਵਧੀਆ ਹੈ। ਤੁਹਾਨੂੰ ਪਤਾ ਰਾਜਨੀਤਿਕ ਬੰਦਿਆਂ ਦੇ ਜਿਹੜੇ ਚਮਚੇ ਹੁੰਦੇ ਆ ਵੀ ਪਰਾਂ ਤੋਂ ਪਰਾਂ ਹੀ ਹੈ। ਰਾਜਨੀਤਿਕ ਬੰਦਿਆਂ ਦੇ ਚਮਚੇ ਪਰਾਂ ਤੋਂ ਪਰਾਂ ਹੁੰਦੇ ਆ ਤੇ ਗੁਰੂ ਜੀ ਦੇ ਸਿੱਖ ਜਿਹੜੇ ਆ ਨਾ ਇਹ ਵੀ ਫਿਰ ਪਰਾਂ ਤੋਂ ਪਰਾਂ ਹੀ ਹੁੰਦੇ ਆ ਜੀ। ਹਾਂਜੀ, ਚੜੇ ਹਰਖ ਕਰ ਮੋਹੇ ਸਰਾ ਹੈ। ਉਹ ਕਹਿੰਦਾ ਜਦੋਂ ਸ਼ਾਹਜਹਾਂ ਘੋੜੇ ਤੇ ਚੜੇਗਾ ਉਹ ਖੁਸ਼ ਹੋਏਗਾ, ਮੇਰੀ ਤਾਰੀਫ ਕਰੇਗਾ। ਕਿਮ ਅਸੁਲੇ ਪੁੰਚਾਵੋ ਪਾਹੇ। ਤੇ ਕਿਵੇਂ ਮੈਂ ਇਹ ਘੋੜਾ ਲਵਾਂ ਤੇ ਬਾਦਸ਼ਾਹ ਤੱਕ ਪਹੁੰਚਾ ਦਿਆਂ। ਸੋ ਪੀਰ ਹੈ ਸ਼ਾਹੋ ਕੇ ਪਾਸ। ਤੇ ਗੁਰੂ ਹਰਗੋਬਿੰਦ ਸਾਹਿਬ ਵੀ ਤੇ ਬਾਦਸ਼ਾਹ ਦੇ ਲਾਗੇ ਹੀ ਰਹਿੰਦੇ ਆ। ਹਾਂਜੀ, ਹੋਏ ਨ ਆਸ ਰਿਸ ਕਰੈ ਪ੍ਰਕਾਸ਼। ਤੇ ਉਹ ਪਰ ਕਹਿਣ ਲੱਗਾ ਕਿਤੇ ਗੁੱਸੇ ਹੀ ਨਾ ਹੋ ਜਾਣ। ਹਾਂਜੀ, ਜਾਂ ਤੇ ਲਿਖ ਭੇਜੋ ਸੁਧ ਤਾਹੀ। ਤੇ ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੈਠਿਆਂ ਵੇਖ ਲਿਆ ਇਸ ਘੋੜੇ ਤੇ ਸ਼ਾਹਜਹਾਂ ਨੂੰ ਗੁੱਸਾ ਚੜ ਜਾਣਾ ਹੈ। ਆਖੋ ਵਾਹ। ਉਹਨੇ ਸੋਚਣਾ ਵੀ ਮੇਰੇ ਵਾਸਤੇ ਕਿਉਂ ਨਹੀਂ ਇਹੋ ਜਿਹਾ ਘੋੜਾ ਹੈਗਾ। ਇਸ ਕਰਕੇ ਉਸ ਚਮਚੇ ਹਾਕਮ ਨੇ ਇੱਕ ਚਿੱਠੀ ਲਿਖ ਦਿੱਤੀ ਜੀ। ਲੇਹ ਤੁਰੰਗ ਹੋਏ ਚਿਤ ਮੈਂ ਚਾਹੀ। ਕਿ ਉਹਨਾਂ ਦੇ ਚਿੱਤ ਵਿੱਚ ਜੇ ਚਾਹਤ ਹੋਵੇਗੀ ਤਾਂ ਘੋੜਾ ਲੈ ਲੈਣਗੇ। ਇਹ ਕਹਿੰਦਾ ਮੈਂ ਲਿਖ ਕੇ ਭੇਜ ਦੇਣਾ ਸ਼ਾਹਜਹਾਂ ਨੂੰ ਵੀ ਉਹ ਘੋੜਾ ਲੈ ਲੈਣ। ਹਾਂਜੀ, ਅਦਬ ਕਰ ਹੈ ਤੋ ਨਾਹੇ ਨਾ ਲੇਵੈ। ਮਮ ਸਿਰ ਦੋਸ਼ ਨਾ ਕਿਮ ਕੋ ਦੇਵੈ। ਤੇ ਜੇ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਅਦਬ ਕਰਦੇ ਹੋਣਗੇ ਤੇ ਘੋੜਾ ਨਹੀਂ ਲੈਣਗੇ ਤੇ ਮੇਰੇ ਤੇ ਦੋਸ਼ ਨਹੀਂ ਨਾ ਆਏਗਾ ਵੀ ਮੈਂ ਐਡਾ ਸੋਹਣਾ ਘੋੜਾ ਵੇਖਿਆ। ਮੇਰਾ ਕੰਮ ਤਾਂ ਹੈਗਾ ਨਾ ਬਾਦਸ਼ਾਹ ਨੂੰ ਦੱਸਣਾ। ਹਾਂਜੀ, ਇਮ ਵਿਚਾਰ ਖਤ ਕੋ ਲਿਖ ਭੇਜਾ। ਇਹ ਵਿਚਾਰ ਕਰਕੇ ਉਸ ਹਾਕਮ ਨੇ ਚਿੱਠੀ ਲਿਖੀ ਬਾਦਸ਼ਾਹ ਸ਼ਾਹਜਹਾਂ ਦੇ ਕੋਲ। ਨਰ ਕੋ ਕਹਿਓ ਤੁਰੰਤ ਹੀ ਲੈ ਜਾ। ਤੇ ਇੱਕ ਮਨੁੱਖ ਨੂੰ ਕਿਹਾ ਵੀ ਛੇਤੀ ਚਿੱਠੀ ਲੈ ਜਾ।
ਹਾਂਜੀ, ਹਰਖੈ ਸ਼ਾਹ ਦਰਬ ਕੋ ਦੇਹਾ। ਬਾਦਸ਼ਾਹ ਖੁਸ਼ ਹੋ ਕੇ ਤੈਨੂੰ ਪੈਸੇ ਦੇਣਗੇ ਚੜ ਤੁਰੰਗ ਪਰ ਅਧਿਕ ਰਿਜੈ ਹੈ। ਤੇ ਘੋੜੇ ਤੇ ਚੜ ਕੇ ਖੁਸ਼ ਹੋਣਗੇ ਤੇ ਤੂੰ ਛੇਤੀ ਜਾ। ਹਾਂਜੀ, ਮਜਲ ਵਿਸਾਲ ਪੰਥ ਸੋ ਚਾਲਾ, ਪਹੁੰਚਿਓ ਸ਼ਾਹੋ ਪਾਸ ਤਿਸ ਕਾਲਾ। ਅੱਗੋਂ ਫਿਰ ਸੰਗਤ ਜੀ ਜੋ ਹੁੰਦਾ ਉਹ ਆਪਾਂ ਕੱਲ ਨੂੰ ਸੁਣ ਲਾਂਗੇ ਜੀ। ਉਹ ਤੁਰਿਆ ਭੱਜਿਆ ਜੀ ਸ਼ਾਹਜਹਾਂ ਕੋਲ। ਤੇ ਮੈਂ 2-4 ਮਿੰਟਾਂ 'ਚ ਸੰਪੂਰਨਤਾ ਕਰਨੀ ਹੈ। ਧਿਆਨ ਨਾਲ ਬੇਨਤੀ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਖੇਡ ਇਹ ਹੈ ਕਿ ਗੁਰੂ ਜੀ ਦੇ ਸਿੱਖ ਸਤਿਗੁਰੂ ਨਾਲ ਕਿੰਨਾ ਪਿਆਰ ਕਰਦੇ ਆ। ਮੈਂ ਇੱਕ ਗੁਰਮੁਖ ਕੋਲੋਂ ਸਾਖੀ ਸੁਣੀ ਸੀਗੀ, ਸੁਣਿਓ ਧਿਆਨ ਨਾਲ। 500 ਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਨੇ ਜੀ, ਤੇ ਮਹਾਰਾਜ ਲਾਹੌਰ ਵਿੱਚੋਂ ਲੰਘ ਰਹੇ, 6ਵੇਂ ਪਾਤਸ਼ਾਹ। ਲਾਹੌਰ 'ਚ ਇੱਕ ਬਾਣੀਆ ਰਹਿੰਦਾ, ਉਸ ਬਾਣੀਏ ਨੇ ਇੱਕ ਤੋਤਾ ਟ੍ਰੇਨਡ ਕੀਤਾ ਹੋਇਆ ਜੀ। ਮਹਾਰਾਜ ਲੰਘ ਰਹੇ ਆ, ਉਹ ਭੀੜੀ ਗਲੀ ਹੈ, ਬਾਜ਼ਾਰ ਹੈ, ਸਤਿਗੁਰੂ ਲੰਘ ਰਹੇ ਤੇ ਗੁਰੂ ਸਾਹਿਬ ਨੂੰ ਵੇਖ ਕੇ ਦਰਸ਼ਨ ਕਰਕੇ ਤੋਤਾ ਬੋਲਿਆ, ਕਹਿੰਦਾ ਆਓ ਜੀ ਬੈਠੋ ਜੀ, ਜੀ ਆਇਆ। ਕੀ ਕਹਿੰਦਾ? ਸਤਿਗੁਰੂ ਨੂੰ ਬੜਾ ਚੰਗਾ ਲੱਗਾ ਜੀ। ਮਹਾਰਾਜ ਉਸ ਘੋੜੇ ਨੂੰ ਵੇਖ ਕੇ ਮੁਸਕਰਾਏ, ਵਾਹਿਗੁਰੂ ਉਸ ਤੋਤੇ ਨੂੰ ਵੇਖ ਕੇ ਮੁਸਕਰਾਏ ਤੇ ਸਤਿਗੁਰੂ ਅੱਗੇ ਲੰਘ ਗਏ। ਪਿੱਛੇ ਇੱਕ ਸਿੱਖ ਆ ਰਿਹਾ ਸੀ, ਉਹਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਇਸ ਤੋਤੇ ਨੂੰ ਵੇਖ ਕੇ ਖੁਸ਼ ਹੋਏ ਨੇ, ਤੇ ਸਤਿਗੁਰੂ ਤਾਂ ਅੱਗੇ ਲੰਘ ਗਏ। ਉਹਨੇ ਬਾਣੀਏ ਨੂੰ ਪੁੱਛਿਆ ਵੀ ਇਹ ਤੋਤਾ ਮੈਂ ਗੁਰੂ ਸਾਹਿਬ ਵਾਸਤੇ ਲੈ ਕੇ ਜਾਣਾ ਹੈ, ਮੇਰੇ ਸਤਿਗੁਰੂ ਇਸ ਤੋਤੇ ਤੇ ਖੁਸ਼ ਹੋਏ, ਇਹ ਤੋਤਾ ਮੈਨੂੰ ਦੇ ਦੇ। ਕਹਿਣ ਲੱਗਾ ਚਲੇ ਜਾ ਇੱਥੋਂ, ਇਹ ਤਾਂ ਕੀਮਤ ਹੀ ਬੜੀ ਮਹਿੰਗੀ ਹੈ, ਬੜਾ ਮਹਿੰਗਾ। ਉਹ ਕਹਿੰਦਾ ਕਿੰਨਾ ਕੁ ਮਹਿੰਗਾ? ਤੇ ਫਿਰ ਬਾਣੀਏ ਨੇ ਉਹਨੂੰ ਟਾਲਣ ਵਾਸਤੇ ਕਹਿ ਦਿੱਤਾ, ਕਹਿਣ ਲੱਗਾ ਵੀ ਆਪਣੀ ਭੈਣ ਮੇਰੇ ਘਰ ਬਿਠਾ ਜਾ, ਇਹ ਕੀਮਤੀ ਤੋਤੇ ਦੀ। ਕਹਿੰਦਾ ਬਸ? ਕਹਿੰਦਾ ਹਾਂ। ਘਰ ਗਿਆ, ਉਹਨੇ ਆਪਣੀ ਭੈਣ ਨਾਲ ਗੱਲ ਕੀਤੀ ਵੀ ਭੈਣ, ਗੁਰੂ ਹਰਗੋਬਿੰਦ ਸਾਹਿਬ ਨੂੰ ਉਹ ਪਸੰਦ ਆ ਗਿਆ, ਤੇ ਸਾਡੀ ਜ਼ਿੰਦਗੀ 'ਚ ਇਹੋ ਜਿਹਾ ਮੌਕਾ ਬਾਰ-ਬਾਰ ਨਹੀਂ ਲੱਭਣਾ, ਕਿਸੇ ਹੋਰ ਸਿੱਖ ਦੀ ਨਜ਼ਰੀ ਨਹੀਂ ਉਹ ਪਿਆ, ਤੇ ਤੂੰ ਮੇਰੀ ਭੈਣ ਹੈ, ਬਾਣੀਏ ਦੇ ਘਰ ਬਹਿ ਜਾ। ਬਸ ਅਗਲਾ ਦਿਨ ਚੜਿਆ, ਭੈਣ ਉਹਦੀ ਭਾਗਾਂ ਵਾਲੀ, ਵੇਖੋ ਭੈਣ ਦਾ ਸਿਦਕ, ਉਹਦੀ ਭੈਣ ਮੰਨ ਗਈ, ਉਹ ਨਾਲ ਲੈ ਕੇ ਚਲੇ ਗਿਆ। ਹੁਣ ਬਾਣੀਏ ਨੂੰ ਸਾਧ ਸੰਗਤ ਜੀ ਮਹਿਸੂਸ ਹੋਇਆ ਵੀ ਇਹ ਤੇ ਸੱਚੀ ਮੁੱਚੀ ਲੈ ਆਂਦਾ, ਤੇ ਤੋਤਾ ਉਹ ਦੇਣਾ ਨਹੀਂ ਸੀ ਚਾਹੁੰਦਾ। ਬਾਣੀਏ ਨੇ ਉਹਨੂੰ ਫਿਰ ਟਾਲਿਆ, ਕਹਿਣ ਲੱਗਾ ਚੱਲ ਜਾ ਇੱਥੋਂ, ਇਹ ਤੇ ਕੱਲ ਦਾ ਮੁੱਲ ਸੀ, ਅੱਜ ਮੁੱਲ ਹੋਰ ਵੱਧ ਗਿਆ। ਜੇ ਤੋਤਾ ਲੈਣਾ ਤੇ ਜਿੱਥੇ ਭੈਣ ਦੇ ਕੇ ਜਾਣੀ, ਆਪਣੀ ਘਰ ਵਾਲੀ ਵੀ ਦੇ ਕੇ ਜਾ। ਉਹ ਘਰ ਗਿਆ, ਆਪਣੀ ਘਰ ਵਾਲੀ ਨਾਲ ਗੱਲ ਕੀਤੀ, ਉਹਦੀ ਘਰ ਵਾਲੀ ਕਹਿਣ ਲੱਗੀ ਵੀ ਅਸੀਂ ਇਕੱਠੀਆਂ ਹੀ ਰਹਿ ਲਾਂਗੇ, ਨਨਾਣ ਭਰਜਾਈ, ਤੇ ਤੂੰ ਚੱਲ, ਆਪਾਂ ਚੱਲਦੇ ਹਾਂ। ਪਿਆਰਿਓ ਦੋਵੇਂ ਦਿੱਤੀਆਂ ਉਹਨੇ, ਤੇ ਤੋਤਾ ਲਿਆ। ਆਖੋ ਤੋਤਾ ਉਹਨੂੰ ਦੇਣਾ ਪਿਆ ਜੀ। ਜਦੋਂ ਭੈਣ ਤੇ ਭਰਜਾਈ ਉਸ ਘਰ 'ਚ ਪਹੁੰਚ ਗਈਆਂ ਤਾਂ ਉਹਦੀ ਘਰ ਵਾਲੀ ਪੁੱਛਦੀ ਹੈ ਸੇਠ ਦੀ, ਬਾਣੀਏ ਦੀ, ਵੀ ਇਹ ਕੀ? ਉਹ ਕਹਿੰਦਾ ਤੋਤੇ ਦੇ ਮੁੱਲ ਤੇ ਆਈਆਂ ਨੇ, ਇਹਨਾਂ ਕੋ ਕੰਮ ਕਰਾ। ਉਹਦੀ ਘਰ ਵਾਲੀ ਸਿਆਣੀ ਸੀ, ਉਹ ਕਹਿਣ ਲੱਗੀ ਵੀ ਉਹ ਤੋਤਾ ਕਿੱਥੇ ਲੈ ਕੇ ਜਾਣਾ ਸੀ ਉਹਨੇ? ਤੇ ਬਾਣੀਆਂ ਕਹਿਣ ਲੱਗਾ ਉਹ ਤੋਤਾ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਣਾ ਸੀ। ਤੇ ਸੁਣਿਓ ਧਿਆਨ, ਉਹਦੀ ਘਰ ਵਾਲੀ ਕਹਿਣ ਲੱਗੀ ਵੀ ਤੁਹਾਡੇ ਕੋਲੋਂ ਪਾਪ ਹੋ ਗਿਆ। ਉਸ ਸਿੱਖ ਦਾ ਸਤਿਗੁਰੂ ਨਾਲ ਕਿੰਨਾ ਪਿਆਰ ਹੋਏਗਾ, ਜੇ ਸਤਿਗੁਰੂ ਨੂੰ ਤੋਤਾ ਪਸੰਦ ਆਇਆ,
ਉਹਨੇ ਆਪਣੀ ਭੈਣ ਵੀ ਦੇ ਦਿੱਤੀ, ਘਰ ਵਾਲੀ ਵੀ ਦੇ ਦਿੱਤੀ, ਤੋਤਾ ਖਰੀਦ ਲਿਆ। ਉਧਰੋਂ ਘਰ 'ਚ ਇਹ ਗੱਲਾਂ ਚੱਲ ਰਹੀਆਂ, ਸਿੱਖ ਤੋਤਾ ਲੈ ਕੇ ਸਤਿਗੁਰੂ ਦੇ ਦਰਬਾਰ 'ਚ ਆਇਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਕੋਲ ਪਹੁੰਚਿਆ, ਸਤਿਗੁਰੂ ਬੜੇ ਪ੍ਰਸੰਨ ਹੋਏ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤੋਤੇ ਵੱਲ ਵੇਖ ਕੇ ਤੇ ਉਸ ਹਰਪਾਲ ਸਿੱਖ ਵੱਲ ਵੇਖ ਕੇ ਮਰ ਕਹਿੰਦੇ, ਪਿਆਰਿਆ ਤੋਤਾ ਬੜਾ ਮਹਿੰਗਾ ਲੈ ਕੇ ਆਇਆ। ਕਹਿਣਾ ਕਿਉਂ? ਸਤਿਗੁਰੂ ਨੂੰ ਪਤਾ ਸੀ। ਉਹ ਸਿੱਖ ਨੂੰ ਖੁਸ਼ੀ ਬਹੁਤ ਵੀ ਗੁਰੂ ਹਰਗੋਬਿੰਦ ਸਾਹਿਬ ਖੁਸ਼ ਹੋ ਗਏ ਆ, ਮੇਰੇ ਤੇ ਖੁਸ਼ ਹੋ ਗਏ ਆ। ਥੋੜਾ ਜਿਹਾ ਬੈਰਾਗ ਵੀ ਆਇਆ, ਕਹਿੰਦਾ ਹਾਂ ਦਾਤਾ ਜੀ ਤੋਤਾ ਮਹਿੰਗਾ ਆਇਆ। ਮਹਾਰਾਜ ਕਹਿੰਦੇ ਕੋਈ ਨਹੀਂ, ਜਿਹੜਾ ਮੁੱਲ ਦੇ ਕੇ ਤੋਤਾ ਲਿਆਂਦਾ ਨਾ, ਮੁੱਲ ਇੱਥੇ ਹੀ ਮੰਗਾ ਲੈਣਾ ਅਸੀਂ। ਕਹਿੰਦੇ ਬਸ ਉਹ ਬਾਣੀਏ ਦੀ ਘਰ ਦੀ ਉਹਨੂੰ ਬਾਣੀਏ ਨੂੰ ਕਹਿਣ ਲੱਗੀ ਤੇਰੇ ਕੋਲੋਂ ਪਾਪ ਹੋ ਗਿਆ। ਉਸ ਸਿੱਖ ਨੂੰ ਆਪਣੇ ਗੁਰੂ ਦੀ ਖੁਸ਼ੀ ਦਾ ਕਿੰਨਾ ਫਿਕਰ ਹੈ। ਉਹ ਆਪਣੇ ਗੁਰੂ ਦੀ ਖੁਸ਼ੀ ਲੈਣਾ ਚਾਹੁੰਦਾ। ਉਹਨੇ ਘਰ ਵਾਲੀ ਦੀ ਤੇ ਧੀ ਵਾਹਿਗੁਰੂ ਆਪਣੀ ਭੈਣ ਦੀ ਪਰਵਾਹ ਨਹੀਂ ਕੀਤੀ ਤੇ ਚੱਲ ਤੂੰ ਮਹਾਰਾਜ ਕੋਲ। ਉਹ ਬਾਣੀਏ ਨੂੰ ਲੈ ਕੇ, ਉਹਦੀ ਘਰ ਵਾਲੀ ਬਾਣੀਏ ਦੀ ਨਾਲ ਹੀ ਸਿੱਖ ਦੀ ਘਰ ਵਾਲੀ ਤੇ ਭੈਣ ਨੂੰ ਲੈ ਕੇ ਤੇ ਸਤਿਗੁਰਾਂ ਦੇ ਚਰਨਾਂ 'ਚ ਪਹੁੰਚ ਗਏ। ਜਾਂਦਿਆਂ ਨੂੰ ਸਿੱਖ ਉੱਥੇ ਬੈਠਾ ਸੀ। ਮਹਾਰਾਜ ਕਹਿਣ ਲੱਗੇ ਬਾਣੀਏ ਨੂੰ ਵੇਖ ਕੇ, ਸਿੱਖਾ ਤੂੰ ਬੜਾ ਮਹਿੰਗਾ ਮੁੱਲ ਦੇ ਕੇ ਤੋਤਾ ਲੈ ਕੇ ਆਇਆ। ਕਹਿਣ ਲੱਗੇ ਤੇ ਸਿੱਖ ਉਹਨਾਂ ਨੂੰ ਸਾਹਮਣੇ ਆਪਣੀ ਭੈਣ ਨੂੰ ਤੇ ਪਤਨੀ ਨੂੰ ਵੇਖ ਕੇ ਨੇਤਰ ਨੀਵੇਂ ਕਰ ਲਏ ਤੇ ਸੇਠ ਨੇ ਮੰਗੀ ਮਾਫੀ, ਨਾਲੇ ਉਹਦੀ ਘਰ ਵਾਲੀ ਨੇ ਮਾਫੀ ਮੰਗੀ। ਸੱਚੇ ਪਾਤਸ਼ਾਹ ਤੁਸੀਂ ਵੀ ਧੰਨ, ਤੁਹਾਨੂੰ ਪਿਆਰ ਕਰਨ ਵਾਲੇ ਤੁਹਾਡੇ ਸਿੱਖ ਵੀ ਧੰਨ ਨੇ। ਤੁਹਾਡੀ ਖੁਸ਼ੀ ਵਾਸਤੇ ਸਭ ਕੁਝ ਹੀ ਵਾਰਨ ਵਾਸਤੇ ਤਿਆਰ, ਸਭ ਕੁਝ ਹੀ ਦੇਣ ਵਾਸਤੇ ਤਿਆਰ। ਐਸੇ ਨੇ ਗੁਰੂ ਜੀ ਦੇ ਸਿੱਖ ਸਾਧ ਸੰਗਤ। ਤੇ ਹੁਣ ਉਹ ਸਿੱਖ ਵੇਖੋ ਲੱਖ ਰੁਪਈਆ ਦੇ ਕੇ ਘੋੜਾ ਲੈ ਕੇ ਆਇਆ ਜੀ। ਗੱਲ ਸ਼ਾਹਜਹਾਂ ਤੱਕ ਪਹੁੰਚ ਜਾਣੀ। ਹੁਣ ਉਹ ਘੋੜੇ ਦਾ ਕੀ ਬਣਦਾ? ਬੜੀ ਮਿਹਨਤ ਲੱਗੀ ਹੈ, ਬੜੇ ਚਾਅ ਨਾਲ ਬਲਖ ਬੁਖਾਰੇ ਰੂਮ ਗਿਆ, ਉਥੋਂ ਜਾ ਕੇ ਲੱਭਿਆ ਤੇ ਮਨ 'ਚ ਫੁਰਨਾ ਕੀ ਬਣਾ ਲਿਆ ਵੀ ਇਹ ਘੋੜਾ ਸੱਚੇ ਪਾਤਸ਼ਾਹ ਦਾ। ਸਾਰੀ ਖੇਡ ਹੀ ਭਾਵ ਦੀ ਜੇ ਪਿਆਰੇ। ਜਿੰਨੀ ਖੇਡ ਹੈ ਨਾ, ਖੇਡ ਹੀ ਭਾਵ ਦੀ ਹੈ। ਘੋੜੇ ਤੇ ਸੰਸਾਰ 'ਚ ਬੜੇ ਹੈਗੇ, ਪਰ ਭਾਵੇ ਬਣ ਗਿਆ ਵੀ ਇਹ ਘੋੜਾ ਮੇਰੇ ਸਤਿਗੁਰੂ ਦਾ। ਹਾਂਜੀ, ਭਾਵ ਦੀ ਖੇਡ ਹੈ। ਕੱਪੜੇ ਬੜੇ ਆ, ਪਰ ਜਿਹੜਾ ਬਸਤਰ ਗੁਰੂ ਗ੍ਰੰਥ ਸਾਹਿਬ ਨਾਲ ਛੋਇਆ ਜਾਂਦਾ, ਉਹਨੂੰ ਧੋਣਾ ਵੀ ਹੋਵੇ ਨਾ ਤੇ ਅੰਦਰ ਦੇ ਭਾਵ ਦੀ ਖੇਡ ਹੈ। ਫਿਰ ਭਾਵ ਬਦਲ ਜਾਂਦਾ, ਉਹਨੂੰ ਧੋਣ ਵਿੱਚ ਹੀ ਫਰਕ ਪੈ ਜਾਂਦਾ ਵੀ ਇਹ ਸਤਿਗੁਰੂ ਜੀ ਦਾ ਬਸਤਰ ਹੈ। ਇੱਥੇ ਗੁਰਮੁਖ ਪਿਆਰੇ ਰੋਜ਼ ਮਹਾਰਾਜ ਦੇ ਦੋਹਰੇ ਧੋ ਕੇ ਲੈ ਕੇ ਆਉਂਦੇ। ਉਹਨਾਂ ਉਹ ਟੂਟੀ ਵੱਖਰੀ ਰੱਖੀ ਹੈ, ਟੱਬ ਵੱਖਰਾ ਰੱਖਿਆ, ਮੱਗ ਵੱਖਰਾ ਰੱਖਿਆ, ਬਰਸ਼ ਵੱਖਰਾ ਰੱਖਿਆ, ਸਭ ਕੁਝ ਰੱਖਿਆ। ਇਹ ਸਤਿਗੁਰੂ ਜੀ ਦੇ ਬਸਤਰ ਨੇ। ਤੇ ਖੇਡ ਤੇ ਭਾਵ ਦੀ ਹੈ। ਜਿੰਨਾ ਮਹਾਨ ਤੁਹਾਡਾ ਭਾਵ ਹੋਏਗਾ, ਓਨੀਆਂ ਹੀ ਮਹਾਨ ਤੁਹਾਨੂੰ ਖੁਸ਼ੀਆਂ ਮਿਲਣਗੀਆਂ। ਬਸ ਨਿੱਕੀ ਜੀ ਗੱਲ ਕਹਿ ਕੇ ਖਿਮਾ। ਗੁਰੂ ਅੰਗਦ ਸਾਹਿਬ ਦੀ ਸਾਖੀ ਤੁਸੀਂ ਬੜੀ ਬੜੀ ਸੁਣੀ। ਗੁਰੂ ਨਾਨਕ ਸਾਹਿਬ ਨੇ ਹੱਥ ਮੀਟਿਆ, ਸਾਡੇ ਹੱਥ 'ਚ ਕੀ ਹੈ? ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ। ਇੱਕ ਸਿੱਖ ਨੇ 7 ਰੁਪਈਏ ਵੀ ਕਹੇ। ਭਾਈ ਲਹਿਣਾ ਜੀ ਨੂੰ ਮਹਾਰਾਜ ਪੁੱਛਦੇ, ਲੈਣਿਆ ਮੇਰੇ ਹੱਥ 'ਚ ਕੀ ਹੈ? ਭਾਈ ਲਹਿਣਾ ਜੀ ਦਾ ਭਾਵ ਬੜਾ ਵੱਡਾ। ਕਹਿੰਦੇ ਸਤਿਗੁਰੂ ਆਪ ਜੀ ਦੇ ਹੱਥ ਵਿੱਚ ਕਰੋੜਾਂ ਬ੍ਰਹਮੰਡਾਂ ਦੀਆਂ ਕਰੋੜਾਂ ਹੀ ਪਾਤਸ਼ਾਹੀਆਂ, ਝੂਠ ਵੀ ਨਹੀਂ ਹੈਗੇ। ਦਾਤੇ ਦਾਤ ਰੱਖੀ ਹੱਥ ਆਪਣਾ। ਮਹਾਰਾਜ ਕਹਿੰਦੇ ਲੈਣਿਆ ਫੇਰ ਬੋਲ। ਕਹਿੰਦੇ ਮਹਾਰਾਜ ਕਰੋੜਾਂ ਬ੍ਰਹਮੰਡਾਂ ਦੀਆਂ ਕਰੋੜਾਂ ਪਾਤਸ਼ਾਹੀਆਂ ਤੁਹਾਡੇ ਹੱਥ 'ਚ। ਮਹਾਰਾਜ ਕਹਿੰਦੇ ਲੈ ਲੈਣਿਆ ਸਾਰੀਆਂ ਹੀ ਤੈਨੂੰ ਦਿੱਤੀਆਂ ਫਿਰ।
ਭਾਵ ਰੱਖਣਾ ਹੈ ਨਾ। ਹੁਣ ਉਹਦਾ ਭਾਵ ਬਣ ਗਿਆ ਘੋੜੇ ਪ੍ਰਥਾਏ ਵੀ ਇਹ ਘੋੜਾ ਸੱਚੇ ਪਾਤਸ਼ਾਹ ਦਾ ਹੈ, ਤੇ ਬਸ ਫਿਰ ਆਨੰਦ ਬਣ ਗਏ ਜੀ। ਹੁਣ ਅੱਗੋਂ ਕੀ ਹੋਏਗਾ ਕੱਲ ਨੂੰ ਸੁਣਾਂਗੇ ਆਪਾਂ ਭਾਵ ਸਤਿਗੁਰੂ ਤੇ ਕੀ ਬਣਾਉਣਾ, ਇਹ ਮੈਂ ਕਹਿ ਕੇ ਖਿਮਾ ਮੰਗਾਂਗਾ ਗੱਜ ਕੇ ਸਾਰੇ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਭਾਵ ਹੈ ਨਾ, ਇਸ ਭਾਵ ਚ ਉਹ ਸਿੱਖ ਘੋੜਾ ਲੈ ਕੇ ਆ ਰਿਹਾ। ਅੱਗੋਂ ਜੋ ਹੋਏਗਾ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਆਪ ਜੀ ਨੂੰ ਬੇਨਤੀ ਹੈ